ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਗੁਰ ਇਤਿਹਾਸ ਲੜੀਵਾਰ ਵੀ ਸਰਵਣ ਕਰ ਰਹੇ ਹਾਂ। ਕੱਲ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ, ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜੋ ਸਿੰਘਾਂ ਨੂੰ ਕਥਾ ਸੁਣਾਈ ਸੀ, ਉਹਦਾ ਅਲੁਤਸਾ ਕਰਦਿਆਂ ਹੋਇਆਂ ਵੇਦੀਆਂ ਦੀ ਬੰਸ ਦਾ ਖੋਲ ਕੇ ਵਿਸਥਾਰ ਨਾਲ ਉਹ ਪਿਛੋਕੜ ਦੱਸਿਆ ਕਿ ਵੇਦੀਆਂ ਦੀ ਜਿਹੜੀ ਬੰਸ ਅੱਗੇ ਤੋਂ ਅੱਗੇ ਕਿੱਥੋਂ ਚੱਲੀ। ਉਹ ਕੱਲ ਆਪਾਂ ਪੜ੍ਹਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸਨ। ਵੱਡੇ ਸ੍ਰੀ ਚੰਦ ਜੀ ਸਨ, ਛੋਟੇ ਲਖਮੀ ਦਾਸ ਜੀ ਸਨ। ਸ੍ਰੀ ਚੰਦ ਜੀ ਨੇ ਸ਼ਾਦੀ ਨਹੀਂ ਕਰਵਾਈ, ਬਰਕਤੀ ਰਹੇ। ਇਹਨਾਂ ਤੋਂ ਅੱਗੇ ਉਦਾਸੀ ਸੰਪਰਦਾ ਚੱਲੀ। ਛੇਵੇਂ ਪਾਤਸ਼ਾਹ ਦੇ ਤੱਕ ਕੇ ਸ੍ਰੀ ਚੰਦ ਜੀ ਰਹੇ। 132 ਸਾਲ ਜੀਵੇ ਧਰਤੀ ਤੇ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਨਕਾਣਾ ਸਾਹਿਬ ਗਏ ਸਨ। ਨਿਰਜਲਾ ਏਕਾਦਸ਼ੀ ਇਸ ਦਿਨ ਇੱਥੇ ਪਹੁੰਚੇ ਸਨ। ਆਪ ਜੀ ਇਤਿਹਾਸ ਵਿੱਚ ਆਉਂਦਾ ਹੈ, ਇੱਥੋਂ ਦਰਸ਼ਨ ਕਰਦੇ ਫਿਰ ਸ੍ਰੀ ਚੰਦ ਕੋਲ ਚਲੇ ਗਏ ਸਨ। ਗੁਰੂ ਮਹਾਰਾਜ ਦਾ ਸਾਰਾ ਪਰਿਵਾਰ ਨਾਲ ਸੀ। ਸ੍ਰੀ ਚੰਦ ਜੀ ਨੇ ਪੁੱਛ ਪੜਤਾਲ ਕਰ ਲਈ ਵੀ ਆਪ ਜੀ ਦੇ ਕਿੰਨੇ ਸਾਹਿਬਜ਼ਾਦੇ ਹੈ। ਆਪ ਜੀ ਨੇ ਕਹਿ ਦਿੱਤਾ ਵੀ ਆ ਨੇੜੇ ਜੇ ਬੈਠੇ ਹੈ ਸ੍ਰੀ ਗੁਰੂ ਸਾਹਿਬ ਜੀ, ਇਹ ਸਭ ਤੋਂ ਵੱਡੇ ਨੇ। ਨਾਲ ਹੀ ਜਿਹੜੇ ਇਹਨਾਂ ਦੇ ਕਬੀਤਰ ਬੈਠੇ ਸੂਰਜਮਲ ਜੀ ਹੈ, ਮਸਤ ਰਹਿਣ ਵਾਲੇ ਤੀਸੇ ਅਣੀ ਰਾਏ ਜੀ ਹੈ। ਚੌਥੇ ਬੈਠੇ ਸ੍ਰੀ ਅਟਲ ਰਾਏ ਜੀ ਹੈ। ਛੋਟੇ ਸਭ ਤੋਂ ਸ੍ਰੀ ਤੇਗ ਬਹਾਦਰ ਜੀ ਹੈ। 5 ਸਾਹਿਬਜ਼ਾਦੇ। ਇਹ ਕਹਿਣ ਲੱਗੇ ਕੋਈ ਬਾਬਿਆਂ ਨੂੰ ਵੀ ਦੇਣਾ ਚਾਹੁੰਦੇ ਕਿ ਆਪਣੇ ਕੋਲ ਹੀ ਰੱਖਣਾ ਚਾਹੁੰਦੇ। ਮਹਾਰਾਜ ਖਸ ਕੇ ਕਹਿਣ ਲੱਗੇ ਤੁਹਾਡੇ ਹੀ ਹੈ, ਸਾਰੇ ਹੀ ਲੈ ਲਓ। ਕਹਿਣ ਲੱਗੇ ਨਹੀਂ ਮਹਾਰਾਜ, ਬਾਬੇ ਕਿ ਨੂੰ ਇੱਕ ਦੇ ਦੇਵੋ। ਮਹਾਰਾਜ ਕਹਿੰਦੇ ਜਿਹੜਾ ਜੀ ਕਰਦਾ ਲੈ ਲਓ। ਸ੍ਰੀ ਗੁਰੂ ਸਾਹਿਬ ਜੀ ਨੂੰ ਕਿਹਾ ਵੀ ਇਹ ਦੇ ਦੇਵੋ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ਼ਾਰਾ ਕਰ ਦਿੱਤਾ। ਬਾਬਾ ਜੀ ਉੱਠੇ ਗੁਰੂ ਸਾਹਿਬ ਜੀ ਤੇ ਸ੍ਰੀ ਚੰਦ ਦੇ ਚਰਨੀ ਹੱਥ ਲਾ ਦਿੱਤਾ। ਸ੍ਰੀ ਚੰਦ ਜੀ ਨੇ ਆਪਣੀ ਜਿਹੜੀ ਸੇਲੀ ਟੋਪੀ ਹੈ ਉਹ ਸ੍ਰੀ ਗੁਰੂ ਸਾਹਿਬ ਜੀ ਦੇ ਸੀਸ ਤੇ ਰੱਖ ਗਈ। ਇਸ ਤਰ੍ਹਾਂ ਬਾਬਾ ਗੁਰੂ ਸਾਹਿਬ ਜੀ ਨਾਮ ਕਰਕੇ ਪ੍ਰਸਿੱਧ ਹੋ ਕੇ ਵੀ ਹੁਣ ਬਾਬੇ ਕੇ ਬਣ ਗਏ। ਬਾਕੀ ਸਾਹਿਬਜ਼ਾਦਿਆਂ ਨਾਲ ਜਿਵੇਂ ਸੂਰਜਮਲ ਅਣੀ ਰਾਏ, ਉਹਨਾਂ ਦੇ ਨਾਲ ਬਾਬਾ ਨਹੀਂ ਲੱਗਦਾ ਹੈ। ਉਸੇ ਤਰ੍ਹਾਂ ਜਿੱਥੇ ਉਹਨਾਂ ਨੇ ਸਰੀਰ ਛੱਡਿਆ ਉੱਥੇ ਵੀ ਉਹ ਇੱਕ ਟੱਪਾ ਜਾ ਕੇ ਦੇ ਬਾਬਾ ਗੁਰ ਦਿੱਤਾ, ਜੋ ਵਰ ਮੰਗਿਆ ਸੋਈ ਦਿੱਤਾ। ਇਸ ਤਰ੍ਹਾਂ ਦੇ ਉਹ ਲੋਕ ਟੱਪੇ ਜੇ ਪੜ੍ਹਦੇ ਹੋ ਜਾਂਦੇ ਹਨ। ਇਸ ਤਰ੍ਹਾਂ ਵੀ ਬਾਬਾ ਗੁਰੂ ਸਾਹਿਬ ਜਿਹੜਾ ਕੋਈ ਕਿਸੇ ਨੇ ਮੰਗਿਆ ਉਹੀ ਵਰ ਦੇ ਦਿੱਤਾ ਹੈ, ਕਿਉਂਕਿ ਗਊ ਜੀ ਨਹੀਂ ਕਰ ਦਿੱਤੀ ਸੀ ਉਹ ਬੇਨਤੀ ਕਰਨ ਤੋਂ ਗੁਰਸਿੱਖਾਂ ਦੇ ਸੇਵਕਾਂ ਦੇ। ਇਸ ਕਰਕੇ ਆਪ ਰਾਗਦਰਸ਼ੀ ਸਖੀ ਦਾਤੇ ਸੀ, ਕਿਸੇ ਦਾ ਦੁੱਖ ਨਹੀਂ ਸਹਾਰ ਸਕਦੇ ਸਨ। ਇਸ ਤਰ੍ਹਾਂ ਫਿਰ ਸ੍ਰੀ ਗੁਰਦਿੱਤਾ ਜੀ ਅੱਗੇ 4 ਸੇਵਕ ਹੋਏ, ਬਾਲੂ ਹਸਨਾ, ਇਸੇ ਤਰ੍ਹਾਂ ਪੂਰ ਜੀ, ਗੋਂਦਾ ਜੀ ਤੇ ਅਲਮਸਤ ਜੀ। ਇਸ ਤਰ੍ਹਾਂ ਜਿਹੜੇ ਉਦਾਸੀ ਸੰਪਰਦਾ ਦੇ 4 ਧੂਣੇ ਮੁੱਖ ਮੰਨੇ ਗਏ। ਕਿਉਂਕਿ ਉਹਨਾਂ ਦੀਆਂ ਸ਼ਾਖਾਂ ਬਹੁਤ ਹੈ। ਦੁਨੀਆਂ ਵਿੱਚ ਅੱਜ ਕੱਲ੍ਹ ਕਹਿੰਦੇ ਕਿ ਹੁਣ ਪੁਰਾਣਾ ਅਖਾੜਾ ਇੱਕ ਹੈ ਜੀ ਨਇਆ ਅਖਾੜਾ। ਪੁਰਾਣਾ ਜਿਹੜਾ ਅਖਾੜਾ ਉਹ ਤਾਂ ਬਹੁਤ ਧੂੰਆਂ ਤਾਜ਼ਾ ਪੀਂਦਾ, ਛੱਡਦਾ ਹੀ ਕੁਛ ਨਹੀਂ ਹੈ। ਜਿਹੜੇ ਨਇਆ ਅਖਾੜੇ ਵਾਲੇ ਉਹ ਸਿਆਣੇ ਨੇ, ਵਿਦਵਾਨ ਨੇ, ਉਹ ਨਹੀਂ ਧੂੰਆਂ ਪੀਂਦੇ। ਧੂੰਆਂ ਠਾਕੂ ਪੀਣ ਵਾਲੇ ਨੂੰ ਦੇਣੇ ਨਹੀਂ ਟੁਕਦੇ। ਇਹ ਘੋੜੇ ਦੀ ਪੂਜਾ ਕਰਨ ਵਾਲੇ ਨਏ
ਪੁਰਾਣੇ ਖਾੜੇ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੱਖਦੇ ਹੈ। ਜਦੋਂ ਕੁੰਭ ਤੇ ਜਾਈਏ ਫੇਰ ਪਤਾ ਚੱਲਦਾ ਵੀ ਇਹ ਧੂਆਂ ਪੀਣ ਵਾਲੇ ਸਾਰੇ ਉਹਨਾਂ ਦੇ ਤੰਬੂ ਕਨਾਤ ਤੋਂ ਬਾਹਰ ਬਿਠਾਏ ਹੁੰਦੇ ਹੈ, ਅੰਦਰ ਨਹੀਂ ਬਣ ਦਿੰਦੇ ਟੈਂਟ ਦੇ, ਬਾਹਰ ਪੀ ਜਾਓ ਮਰੀ ਜਾਓ। ਰੋਟੀ ਲੈ ਜਾਓ ਤੇ ਜਾਓ ਖਾਓ, ਯਾਨੀ ਬੜੀ ਸਾਫ ਪਵਿੱਤਰਤਾ ਰੱਖਦੇ ਹਨ। ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਵੀ ਪੂਰੀ ਪੂਰੀ ਸ਼ਰਧਾ ਰੱਖਦੇ। ਉੱਧਰੋਂ ਸਵਾਦਾ ਗੋਲਾ ਕਹਿੰਦੇ ਹੀ ਸਾਡਾ ਇਸ਼ਟ ਹੀ ਗੁਰੂ ਹੈ, ਉਹਨੂੰ ਮੱਥਾ ਟੇਕਦੇ ਨੇ, ਉਹਦੇ ਹੀ ਉੱਥੇ ਸਥਾਨ ਤੇ ਸੁਭਾਇਮਾਨ ਕਰਕੇ ਰੱਖਦੇ। ਪਹਿਲਾਂ ਤਾਂ ਸਾਰੇ ਜਿੰਨੇ ਉਦਾਸੀ ਸਰ ਬਿਲਕੁਲ ਸਤਿਗੁਰੂ ਦੇ ਘਰ ਨਾਲ ਹੀ ਜੁੜੇ ਹੋਏ ਸਨ। ਜਦੋਂ ਇਹ ਕੋਈ ਸੇਵਕ ਬਣਾਉਂਦੇ ਸਨ ਉਦੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵੀ ਤਾਬਿਆਂ ਵਿੱਚ ਲੈ ਜਾਂਦੇ। ਉਹਨੂੰ ਕਹਿੰਦੇ ਵੀ ਕਹਿ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਪੰਜ ਵੇਰੀ ਇਹ ਮੰਤਰ ਮੂਲ ਮੰਤਰ ਦੇ ਰਾਰਨਾ, ਫਿਰ 5 ਵਾਰੀ ਗੁਰੂ ਮੰਤਰ ਦਿਖਾਣਾ। 5 ਪਰਿਕਰਮਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮੱਥਾ ਟਿਕਾ ਦੇਣਾ। ਕਹਿੰਦੇ ਲੈ ਵੀ ਹੁਣ ਤੂੰ ਗੁਰੂ ਘਰ ਦਾ ਇਹ ਉਦਾਸੀ ਸੰਪਰਦਾ ਦਾ ਸੇਵਕ ਬਣ ਗਿਆ ਹੈ। ਇਹ ਤਾਂ ਜਦੋਂ ਆ ਨਨਕਾਣਾ ਸਾਹਿਬ ਰੌਲਾ ਗੋਲਾ ਪਿਆ, ਜਿਹੜਾ ਨਰੈਣੂ ਸੀ ਇਹ ਬੜਾ ਭੱਦਰ ਪੁਰਸ਼ ਸੀ, ਮਸੰਦਾਂ ਵਰਗਾ ਹੀ ਸੀ। ਇਹ ਬੜਾ ਭਾਰੀ, ਜਿਵੇਂ ਪਹਿਲੀ ਹੁੰਦਾ ਹੈ ਕੋਈ ਬਦਮਾਸ਼ ਹੁੰਦਾ ਇਹੋ ਜਿਹਾ ਸੀ। ਹੋਰ ਸ਼ਰਾਬਾਂ ਕਬੂਬਾਂ ਇਹ ਕੁਛ ਨਹੀਂ ਛੱਡਦਾ ਸੀ। ਬਹੁਤ ਨੇ ਮਹਾਰਾਜ ਦੇ ਅਸਾਂ ਦੀ ਬੇਅਦਬੀ ਕੀਤੀ ਸੀ। ਫਿਰ ਮੋਰਚਾ ਲੱਗ ਗਿਆ ਇੱਥੇ ਨਨਕਾਣਾ ਸਾਹਿਬ ਤੇ ਕਾਫੀ ਇਹਨੇ ਸਿੰਘ ਮਾਰ ਮੂਰ ਵੀ ਦਿੱਤੇ ਸਨ। ਫਿਰ ਮੁਕੱਦਮਾ ਚੱਲ ਪਿਆ। ਮੁਕੱਦਮੇ ਵਿੱਚ ਫਿਰ ਇਸ਼ਟ ਤੇ ਗੱਲ ਆਉਣੀ ਸੀ। ਕਹਿਣ ਲੱਗੇ ਤੁਹਾਡਾ ਇਸ਼ਟ ਕਿਹੜਾ ਹੈ? ਜੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਫਿਰ ਤਾਂ ਹੁਣ ਬਈ ਮਹਾਰਾਜ ਦਾ ਪ੍ਰਕਾਸ਼ ਹੈ ਨਹੀਂ ਹੈ। ਉਹ ਜਿੱਥੇ ਹੁਣ ਆ ਕੁਝ ਕਰਨਾ ਉੱਥੇ ਕਿਵੇਂ ਹੋਊ? ਵੀ ਸਾਡਾ ਇਹ ਅਸਥਾਨ ਨਾ ਸਾਡੇ ਕੋਲੋਂ ਨਿਕਲ ਜਾਏ। ਇਹ ਕਹਿਣ ਲੱਗੇ ਸਾਡਾ ਇਸ਼ਟ ਤਾਂ ਗੋਲਾ ਹੈ, ਸਾਰਾ ਗੋਲਾ ਹੈ। ਫਿਰ ਮੈਂ ਕਹਿੰਦੇ ਇਹ ਤਾਂ ਗੁਰੂ ਕਾ ਸਥਾਨ ਹੈ, ਫਿਰ ਜਿੱਥੇ ਤੁਹਾਡਾ ਗੋਲਾ ਗੁਲ ਜਾ ਉੱਥੇ ਰੱਖ ਕੇ ਜਾਓ, ਉੱਥੇ ਕੀ ਕਰਦੇ ਨਿਕਲੋ। ਇਸ ਤਰ੍ਹਾਂ ਫਿਰ ਨਨਕਾਣਾ ਸਾਹਿਬ ਹੋਰ ਜਿੰਨੇ ਸਥਾਨ ਉੱਥੋਂ ਤੋਂ ਫਿਰ ਇਹਨਾਂ ਨੂੰ ਕੱਢ ਦਿੱਤਾ ਸੀ। ਉਹ ਜਦੋਂ ਮੋਰਚਾ ਲੱਗਿਆ ਉਦੋਂ ਤੋਂ ਲੈ ਕੇ ਫਿਰ ਇਹ ਗੁਰੂ ਘਰ ਨਾਲੋਂ ਟੁੱਟ ਗਏ। ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਹਟ ਗਿਆ, ਮੂਲ ਮੰਤਰ ਵੀ ਦੁਹਰਾਉਣਾ ਹਟ ਗਏ ਤੇ ਮੰਤਰ ਵੀ ਹੋਰ ਹੀ ਦੁਹਰਾਉਣ ਲੱਗ ਪਏ। ਓਮ ਸ਼ਿਵਾਏ ਨਮଃ ਇਸ ਤਰ੍ਹਾਂ ਜਪਾਉਂਦੇ ਹੁਣ ਜਿਹੜੇ ਕੋਈ ਜਿਹੜਾ ਸੇਵਕ ਬਣਾਉਣਾ ਹੈ। ਉਹ ਇੱਕ ਮਾਈ ਆ ਗਈ, ਨੂੰ ਲੈ ਕੇ ਕਿਸੇ ਸਾਧੂ ਕੋਲ, ਕਹਿੰਦੇ ਮਹਾਰਾਜ ਇਹਨੂੰ ਮੰਤਰ ਦੇ ਦਿਓ, ਦ੍ਰਿੜਾ ਦਿਓ। ਹੁਣ ਉਹ ਬਦਲ ਚੁੱਕਿਆ ਸੀ, ਜੰਗ ਯੁੱਧ ਹੋਇਆ ਕਰਕੇ ਕੱਢਣ ਕਰਕੇ। ਨੂੰ ਕਹਿਣ ਲੱਗਾ ਜੀ ਕਹਿ ਓਮ ਸ਼ਿਵਾਏ ਨਮః। ਮਾਈ ਕਹਿਣ ਲੱਗੀ ਨਹੀਂ ਮਹਾਰਾਜ ਜਿਹੜਾ ਮੈਨੂੰ ਦ੍ਰਿੜਾਇਆ ਸੀ ਨਾ ਉਹ ਦਿਓ ਮੰਤਰ, ਇਹ ਨਹੀਂ ਅਸੀਂ ਲੈਣਾ ਹੈ। ਉਹ ਕਹੇ ਨਹੀਂ ਪਹਿਲਾਂ ਉਹ ਦਿੰਦੇ ਸੀ ਹੁਣ ਇਹ ਦੇ। ਕਹਿੰਦੇ ਉਹ ਨਹੀਂ, ਇਹ ਨਹੀਂ ਅਸੀਂ ਨਵਾਂ ਲੈਣਾ, ਮੈਂ ਤਾਂ ਉਹੀ ਪੁਰਾਣਾ ਲੈਣਾ ਹੈ। ਜਿਹੜਾ ਮੈਨੂੰ ਦ੍ਰਿੜਾਇਆ ਉਹ ਮੇਰੀ ਨੂੰਹ ਨੂੰ ਦ੍ਰਿੜਾਓ। ਉਹ ਕਹਿੰਦਾ ਨਹੀਂ ਉਹ ਹੁਣ ਅਸੀਂ ਛੱਡ ਦਿੱਤਾ, ਅਸੀਂ ਤਾਂ ਹੁਣ ਇਹ ਦ੍ਰਿੜਾਉਂਦੇ ਹਾਂ। ਉਹ ਕਹਿੰਦੇ ਮਾਈ ਉੱਠ ਕੇ ਤੁਰ ਗਈ। ਕਹਿੰਦੇ ਛੱਡ ਖੜਾ ਇਹਦਾ, ਮੈਂ ਤੈਨੂੰ ਘਰੇ ਦ੍ਰਿੜਾ ਦੂੰਗੀ। ਘਰੇ ਜਾ ਕੇ ਗੁਰੂ ਮਹਾਰਾਜ ਦੀ ਪੋਥੀ ਕੁੱਟ ਕੇ ਦੇ ਕੇ ਕਹਿੰਦੇ ਕਹਿ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ। ਯਾਨੀ ਇਸ ਤਰ੍ਹਾਂ ਇੱਕ ਗੁਰੂ ਘਰ ਦੇ ਨਾਲੋਂ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਕੇ ਸਾਰਾ ਗੋਲਾ ਗੁਰੂ ਮੰਨ ਗਿਆ ਤੇ ਫਿਰ
ਵੱਖਰੇ ਹੋ ਗਏ। ਉਹਨਾਂ ਵਿੱਚੋਂ ਜਿਹੜੇ ਸਿਆਣੇ ਅਜੇ ਵੀ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਅਤੇ ਪੂਜਦੇ, ਸਤਿਕਾਰ ਵੀ ਪੂਰਾ ਰੱਖਦੇ ਹੈ। ਇਹ ਨਹੀਂ ਵੀ ਸਾਰੇ ਹੈ, ਯਾਨੀ ਬਹੁਤ ਗਿਣਤੀ ਵਿੱਚ ਦੂਜੇ ਪਾਸੇ ਹੈ ਸਿਆਣੇ ਜਿਹੜੇ ਵਿਦਵਾਨ ਸੂਝਵਾਨ ਹੈ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਹੀ ਹਾਂ। ਇਹ ਗੁਰੂ ਮਹਾਰਾਜ ਨੇ ਜਿਵੇਂ ਜਿਵੇਂ ਉਹ ਆਪਣੇ 10 ਸਰੂਪਾਂ ਵਿੱਚ ਕੌਤਕ ਕੀਤੇ ਹੈ ਤੇ 10ਵੇਂ ਜਾਵੇਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਤੇ ਅਸੀਂ ਵੀ ਲੜ ਲੱਗੇ ਹਾਂ। ਉਹ ਕਰਦੇ ਨੇ ਸਿੰਘਾਂ ਦਾ ਪੂਰਾ ਪੂਰਾ ਸਤਿਕਾਰ, ਸਿੰਘਾਂ ਨੂੰ ਸਦਕੇ ਦੀਵਾਨ ਲਵਾ ਲੈਂਦੇ ਆ, ਕੀਰਤਨ ਕਥਾ ਕਰਾ ਲੈਂਦੇ ਨੇ। ਜਿਹੜੇ ਧੂਆਂ ਧਾਂਜਾ ਪੀਣ ਵਾਲੇ, ਘੋੜੇ ਨੂੰ ਮੰਨਣ ਵਾਲੇ ਆ, ਫਿਰ ਉਹ ਇਹ ਹੋ ਜਾਂਦੇ ਆ ਚਾਬੀਆਂ ਕਬਾਬੀਆਂ ਨੂੰ ਮੰਗਾ ਲੈਂਦੇ ਨੇ। ਰਾਹ ਵਿਚਾਰ ਇਸ ਤਰ੍ਹਾਂ ਜਿਹੜੀ ਉਦਾਸੀਆਂ ਦੀ ਜਿਹੜੀ ਸੰਪਰਦਾ ਜਿਵੇਂ ਚੱਲੀ ਉਹ ਸਾਰਾ ਪਿਛੋਕੜ ਕਵੀ ਜੀ ਨੇ ਦੱਸਿਆ ਵੀ ਇਹ 4 ਧੂਏ ਬਣ ਗਏ, 4 ਉਦਾਸੀਆਂ ਦੀਆਂ ਸਾਖਾਂ ਹੋ ਗਈਆਂ। ਇੱਕ ਬਾਲੂ ਹਸਨੇ ਦੀ, ਇੱਕ ਅਲਮਾਸ ਦੀ, ਇੱਕ ਫੂਲ ਦੀ, ਗੋਂਦੇ ਦੀ। ਹੁਣ ਵੀ ਜਿਹੜੇ ਕੋਈ ਉਦਾਸੀ ਸੰਤ ਹੈ ਜਿਹੜੇ ਨਵੇਂ ਜੇ ਬੜੇ, ਉਹਨਾਂ ਨੂੰ ਜੇ ਪੁੱਛੀਏ ਤੂੰ ਕਿਹੜੀ ਸੰਪਰਦਾ ਵਿੱਚੋਂ ਹੈ, ਜਿਹੜੇ ਤੇ ਪੁਰਾਣੇ ਹੈ ਉਹ ਤਾਂ ਦੱਸ ਦਿੰਦੇ ਵੀ ਅਸੀਂ ਜੀ ਫੂਲ ਵਿੱਚੋਂ ਹਾਂ, ਅਸੀਂ ਜੀ ਗੋਂਦੇ ਵਿੱਚੋਂ ਹਾਂ, ਅਸੀਂ ਜੀ ਅਲਮਾਸ ਦੇ ਵਿੱਚੋਂ ਹਾਂ। ਜਿਹੜੇ ਨਿਰਾ ਧੂਆਂ ਪੀਣ ਵਾਲੇ ਉਹਨਾਂ ਨੂੰ ਕੋਈ ਨਹੀਂ ਪਤਾ ਹੈਗਾ ਕਿ ਕਿਹੜੇ ਵਿੱਚੋਂ ਅਸੀਂ। ਕਹਿੰਦੇ ਅਸੀਂ ਤਾਂ ਜੀ ਉਦਾਸੀ ਸੰਤੀ ਹੈ ਬਸ। ਇਸ ਤਰ੍ਹਾਂ ਫਿਰ ਲਖਮੀ ਚੰਦ ਦਾ ਥੋੜਾ ਜਿਹਾ ਕਿਹਾ ਵੀ ਉਹ ਸ਼੍ਰੀ ਚੰਦ ਜੀ ਨੇ ਕਿਹਾ ਵੀ ਇਹ ਜਿਹੜਾ ਤੂੰ ਜੀਵ ਹੱਤਿਆ ਕਰਦਾ ਲੇਖਾ ਦੇਣਾ ਪਊਗਾ। ਤੇ ਗੁੱਸਾ ਮਨਾਇਆ, ਸਾਰੇ ਪਰਿਵਾਰ ਨੂੰ ਲਿਆ ਤੇ ਕਹਿਣ ਲੱਗਿਆ ਲਓ ਜੀ ਤੁਸੀਂ ਕਹਿੰਦੇ ਲੇਖਾ ਦੇਣਾ ਪਊ, ਹੁਣੇ ਅਸੀਂ ਲੇਖਾ ਦੇ ਜਾਣੇ, ਤੁਸੀਂ ਸੰਭਾਲੋ ਇੱਥੇ ਸਾਰਾ। ਇਹ ਸ਼੍ਰੀ ਚੰਦ ਨੂੰ ਫਿਕਰ ਪਿਆ ਵੀ ਬੇਦੀਆਂ ਦੀ ਬੰਸ ਕਿਵੇਂ ਚੱਲੂ, ਮੈਂ ਤਾਂ ਸ਼ਾਦੀ ਨਹੀਂ ਕਰਾਈ ਤੇ ਨਾ ਕਰਵਾਉਣੀ ਹੈ। ਫਿਰ ਇਹਨਾਂ ਦਾ ਜਿਹੜਾ ਪੁੱਤਰ ਧਰਮ ਚੰਦ ਸੀ ਉਹਨੂੰ ਬਾਂਹ ਤੋਂ ਫੜ ਕੇ ਇਹਨਾਂ ਨੇ ਹੇਠਾਂ ਲਾ ਲਿਆ ਸੀ। ਸ਼ਕਤੀ ਨਾਲ ਹੀ ਕਹਿੰਦੇ 1 ਜੋਜਨ ਬਾਂਹ ਬੁਲਾ ਲਈ ਸੀ ਸ਼੍ਰੀ ਚੰਦ ਜੀ ਨੇ ਤੇ ਉਤਾਰ ਲਿਆ। ਉਹ ਤੋਂ ਫਿਰ ਇਹ ਬੇਦੀਆਂ ਦੀ ਬੰਸ ਚੱਲਦੀ ਹੈ ਹੁਣ ਤੱਕ, ਅੱਗੇ ਤੋਂ ਅੱਗੇ। ਇਹ ਸਾਰਾ ਪ੍ਰਸੰਗ ਆਪਾਂ ਕੱਲ ਵਿਸਥਾਰ ਨਾਲ ਸੁਣਿਆ ਹੈ। ਹੁਣ ਅੱਗੇ ਜਿਵੇਂ ਗੁਰ ਪ੍ਰਣਾਲੀ ਥੋੜਾ ਥੋੜਾ 10 ਸਤਿਗੁਰਾਂ ਦਾ ਜਿਵੇਂ ਉਹਨਾਂ ਨੇ ਅਵਤਾਰ ਧਾਰਿਆ, ਗੁਰਤਾ ਗੱਦੀ ਦੇ ਤਖਤ ਉੱਪਰ ਬੈਠੇ, ਜੋਤੀ ਜੋਰ ਸਮਾਏ, ਉਹ ਸੰਖੇਪ ਰੂਪ ਸੂਤਰ ਰੂਪ ਵਿੱਚ ਹੀ ਬਿਆਨ ਕਰ ਰਹੇ ਹੈ। ਉਹ ਜਿਵੇਂ ਉਹਦਾ ਪ੍ਰਸੰਗ ਸੁਣੀਏ। 15 7 ਖਟ 20 ਮੈਂ। ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿੰਦੇ ਇਧਰ ਕਵੀ ਸੰਤੋਖ ਸਿੰਘ ਜੀ ਸਰੋਤਿਆਂ ਨੂੰ ਕਹਿ ਰਹੇ ਹੈ ਕਿ ਹੇ ਸਰੋਤਾ ਜਨਰਲ ਸਿੰਘੋ 1500 ਖਟ 6 ਤੇ 20 26 ਹੋ ਗਏ। ਸਤ ਦਾ ਅਰਥ ਇੱਥੇ 100 ਹੈ। 1526 ਵਿੱਚ ਜਨਮ ਗੁਰੂ ਮਹਾਰਾਜ। ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਕੱਤੇ ਦੀ ਪੂਰਨ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰੇ ਸੁਖਾਰੇ। ਗੁਰੂ ਨਾਨਕ ਸਾਹਿਬ ਪੂਰਨਮਾਸੀ ਦੇ ਚੰਦਰਮਾ ਦੇ ਸਮਾਨ ਕਹਿੰਦੇ ਪ੍ਰਗਟ ਹੋਏ ਤੇ ਸੁਖਾਲੇ ਕਰਦੇ ਸਾਰੇ ਜੀਵ ਜੰਤ। ਕੋਏ ਨ ਜਿਨਕੇ ਅਰਿਓ ਅਗਾਰੀ। ਜਿਸ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਕੋਈ ਵੀ ਦੁਨੀਆ ਭਰ ਦਾ ਪੀਰ ਫਕੀਰ ਸਿੱਧਨਾਥ ਅੜ ਨਹੀਂ ਸਕਿਆ ਹੈ। ਭਏ ਨਿਮਰ ਅਜਮਤ ਧਰ ਭਾਰੀ। ਜਿਹੜੇ ਭਾਰੀ ਸ਼ਕਤੀਆਂ ਰੱਖਣ ਵਾਲੇ ਸੀ ਉਹ ਵੀ ਸਤਿਗੁਰੂ ਕੇ ਨਿਮਗੇ ਝੁਕ ਗਏ। ਜਿਤ ਕ ਸਕਤ ਜੁਤ ਪੇ ਸਭ ਤਾਰੇ। ਜਿੰਨੇ ਦੁਨੀਆ ਵਿੱਚ ਸ਼ਕਤੀਆਂ ਸਮੇਰ ਸਨ ਉਹ ਸਤਿਗੁਰੂ ਸਾਹਿਬ ਜੀ ਦੇ ਅੱਗੇ ਤਾਰਿਆਂ ਵਾਂਗ ਹੋ ਗਏ। ਰਵ ਸਮ ਉਦੈ ਛਪੇ ਤਬ ਸਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਸੂਰਜ ਦੇ ਸਮਾਨ ਕਹਿੰਦੇ ਪ੍ਰਗਟ ਹੋਏ, ਜਿਸ ਕਰਕੇ ਤਾਰਿਆਂ ਵਾਂਗ ਜਿਹੜੇ ਸਾਰੇ ਸੀ ਅਲੋਪ ਹੋ ਗਏ, ਗੋਤਰ ਹੋ ਗਏ। ਇਹਨਾਂ ਦਾ ਤੇਜ ਪ੍ਰਤਾਪ ਪ੍ਰਕਾਸ਼ ਘਟ ਗਿਆ ਦੁਨੀਆ ਵਿੱਚੋਂ। 15 7 96 15 7 96 ਮਾਹੂ। 1596 ਵਿਕਰਮੀ ਸੰਮਤ ਵਿੱਚ ਮਾਸ ਅਜੋਸ ਸਰਦ
ਮਾਸ ਅਸੌਜ ਸਰਦ ਰੁੱਤ ਤਾਹੂ। ਸਾਜ ਅੱਸੂ ਦਾ ਮਾਸ ਕੇ ਮਹੀਨਾ ਸੀ ਤੇ ਇਸੇ ਤਰ੍ਹਾਂ ਸਰਦ ਰੁੱਤ ਹੈ ਸੀ। ਕ੍ਰਿਸ਼ਨਾ ਦਸਵੀਂ ਪਿਤਰਨ ਦਿਨ ਕੀ। ਜਿਹੜੇ ਬਜ਼ੁਰਗ ਪਿਤਰਾਂ ਦੇ ਦਿਨ ਦੀ ਕਹਿੰਦੇ ਹਨੇਰ ਦੀ ਦਸਵੀਂ ਹੁੰਦੀ, ਸ਼ਰਾਧਾਂ ਦੇ ਦਿਨ ਜਾਣੀ ਹਨੇਰ ਦੀ ਦਸਵੀਂ, ਸ਼ਰਾਧਾਂ ਦੀ ਦਸਵੀਂ ਚਿਤ ਨੂੰ ਪ੍ਰਭੂ ਬਿਕੁੰਠ ਗਏ ਸਹਿਤਨ ਕੀ। ਗੁਰੂ ਨਾਨਕ ਸਾਹਿਬ ਜੀ ਆਪਣੇ ਸਰੀਰ ਸਮੇਤ ਹੀ ਸੱਚਖੰਡ ਨੂੰ ਚਲੇ ਗਏ। ਰਾਵਤੀ ਕੂਲ ਅਬਿਰਾਮ। ਜਿਹੜੀ ਕਹਿੰਦੇ ਰਾਵੀ ਨਦੀ ਦਾ ਕਿਨਾਰਾ ਬੜਾ ਸੋਹਣਾ ਹੈ। ਇਹ ਕਰਤਾਰਪੁਰਾ ਕੀਏ ਨਾ ਗ੍ਰਾਮ। ਤੇ ਕਿਨਾਰੇ ਉੱਪਰ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦਾ ਨਗਰ ਵਸਾਉਣਾ ਕੀਤਾ। ਗੁਰੂ ਬਸਤਰ ਕੋ ਲੈ ਸਸਕਾਰਾ। ਮੁਸਲਮਾਨਾਂ ਨੇ ਤੇ ਹਿੰਦੂ ਸਿੱਖਾਂ ਨੇ ਗੁਰੂ ਮਹਾਰਾਜ ਦਾ ਜਿਹੜਾ ਚਾਦਰਾ ਬਸਤਰ ਸੀ ਲੈ ਕੇ ਉਹਦਾ ਦਾ ਅੱਡਾ ਦਾ ਹਿੱਸਾ ਜੇ ਕਰਕੇ ਸੰਸਕਾਰ ਕਰਤਾ ਮੁਸਲਮਾਨਾਂ ਨੇ। ਉਹ ਇਸ ਤਰ੍ਹਾਂ ਕਬਰ ਜੀ ਪੁੱਟ ਕੇ ਦਫਨਾ ਦਿੱਤਾ ਸੀ। ਨਾਮ ਦੇਹੁਰਾ ਬਿਦਤ ਉਦਾਰਾ। ਜਿਸ ਸਥਾਨ ਦਾ ਨਾਮ ਡੇਰਾ ਸਾਹਿਬ ਕਰਕੇ ਪ੍ਰਗਟ ਹੈ ਦੁਨੀਆ ਵਿੱਚ। ਤਿਸ ਗਾਦੀ ਗੁਰ ਅੰਗਦ ਬੈਸੇ। ਉਸ ਗੁਰੂ ਨਾਨਕ ਸਾਹਿਬ ਜੀ ਗੁਰਤਾ ਗੱਦੀ ਉੱਪਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬੈਠੇ। ਕੋਸ਼ਿਸ਼ ਅਪਰ ਪਹਿਰ ਨਿਰਪ ਜੈਸੇ। ਜਿਵੇਂ ਕੋਈ ਰਾਜਾ ਹੋਰ ਪੁਸ਼ਾਕ ਪਹਿਨ ਲਗੇ ਪਰ ਲਾ ਦੇਵੇ, ਨਵੀਂ ਪਹਿਨ ਲਵੇ। ਮਹਾਰਾਜ ਜੀ ਨੂੰ ਪਹਿਲਾ ਚੋਲਾ ਸਰੀਰ ਦਾ ਛੱਡ ਲਾ ਦਿੱਤਾ, ਨਵੀਂ ਪੁਸ਼ਾਕ ਗੁਰੂ ਅੰਗਦ ਸਾਹਿਬ ਜੀਓ ਪਹਿਨ ਲਈ ਜਾਣੀ। ਰਾਜਾ ਜਿਵੇਂ ਪੁਸ਼ਾਕ ਲੈ ਬਦਲ ਲੈਂਦਾ ਹੈ ਉਹ ਵੀ ਬਦਲ ਲਿਆ ਜਾਮਾ। ਤੇਹਣ ਕੁਲ ਮਹਿ ਫੇਰੂ ਨਾਮ। ਅੱਗੇ ਹੁਣ ਗੁਰੂ ਅੰਗਦ ਸਾਹਿਬ ਜੀ ਦਾ ਜਿੱਥੇ ਅਵਤਾਰ ਹੋਇਆ ਸੀ ਦੱਸਦੇ ਤੇਣਾ ਦੀ ਕੁਲ ਦੇ ਵਿੱਚ ਕਿ ਫੇਰੂ ਨਾਮ ਦਾ ਬਜ਼ੁਰਗ ਹੈ ਸੀ। ਪੁੰਨਿਆ ਤਮ ਸੁਸ਼ੀਲ ਸੁਚ ਧਾਮ। ਕਹਿੰਦੇ ਪੁੰਨ ਆਤਮ ਪਵਿੱਤਰ ਮਨ ਵਾਲਾ ਸੀ ਤੇ ਚੰਗੇ ਸੀਰ ਸੁਭਾਅ ਪਵਿੱਤਰਤਾ ਦਾ ਘਰ ਹੀ ਸੀ। ਸਾਧਵੀ ਦਇਆ ਕੌਰ ਬਰਦਾਤਾ। ਬਰਦਾਰਾ ਕੋ ਥੋੜਾ ਜਿਹਾ ਦੇਖ ਕੇ ਪੜਿਆ ਕਰ, ਇੱਕ ਪੰਕਤੀ ਪਿੱਛੋਂ ਗਲਤ ਪੜ ਜਾਂਦਾ ਹੈ, ਵੇਖ ਕੇ ਚੰਗੀ ਤਰ੍ਹਾਂ ਪਕਾ ਕੇ ਆਇਆ ਕਰ। ਸਾਧਵੀ ਦਇਆ ਕੌਰ ਬਰਦਾਰਾ, ਸਵਾਦੀ ਪਤਵਰਤਾ ਸੁਭਾਅ ਵਾਲੀ। ਕਹਿੰਦੇ ਦਇਆ ਕੌਰ ਘਰ ਦੇ ਵਿੱਚ ਦਾਰਾ ਕੀਏ ਇਸਤਰੀ ਹੈ ਸੀ ਬਰਸ਼ੇਸ਼ਟ। ਦਇਆ ਕੌਰ ਵੀ ਲਿਖਿਆ ਹੈ। ਦੂਸਰਾ ਨਾਮ ਇਸ ਤਰ੍ਹਾਂ ਸੁਭਰਾਈ ਜੀ ਸੀ। ਕਈਆਂ ਨੇ ਉਹ ਭਰਾਈ ਦਾ ਨਾਮ ਦਾ, ਉਹ ਭਰਾਈ ਗੁਰੂ ਅੰਗਦ ਸਾਹਿਬ ਜੀ ਸੱਸ ਦਾ ਨਾਮ ਸੀ ਸੁਭਰਾਈ। ਇਹਨਾਂ ਦੀ ਪਤਨੀ ਦਾ ਨਾਮ ਫੇਰੂ ਜੀ ਦਾ ਹੈ ਸੀ, ਘਰਵਾਲੀ ਦਾ ਨਾਮ। ਜਿਨਕੇ ਸੁਕ੍ਰਿਤ ਕੋ ਨਹਿ ਪਾਰਾ। ਜਿਨ੍ਹਾਂ ਦੇ ਕਹਿੰਦੇ ਪੁੰਨਾਂ ਦਾ ਕੋਈ ਅੰਤ ਨਹੀਂ, ਪਾਰਾਵਾਰ ਨਹੀਂ, ਜਾਣੀ ਬਹੁਤੇ ਪੁੰਨ ਕੀਤੇ ਸਨ। ਗ੍ਰਾਮ ਹਰੀ ਕੇ ਧਾਮ ਬਸੰਤੇ। ਪਹਿਲਾਂ ਕਹਿੰਦੇ ਭਾਈ ਫੇਰੂ ਜੀ ਤੇ ਆਪਣੀ ਪਤਨੀ ਜਿਹੜੀ ਦਇਆ ਕੌਰ ਹੈ ਜਾਂ ਸੁਭਰਾਈ, ਇਹਨੂੰ ਨਾਲ ਲੈ ਕੇ ਹਰੀ ਕੇ ਪਿੰਡ ਵੱਜਦੇ ਸਨ। ਨਿਸ ਬਾਸੁਰ ਹਰ ਹਰ ਸਿਮਰੰਤੇ। ਰਾਤ ਦਿਨ ਵਾਹਿਗੁਰੂ ਵਾਹਿਗੁਰੂ ਹੀ ਸਿਮਰਦੇ ਸਨ। ਸ੍ਰੀ ਗੁਰ ਅੰਗਦ ਜਨਮੇ ਜਿਨਕੇ। ਜਿਨ੍ਹਾਂ ਦੇ ਘਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ ਅਵਤਾਰ ਧਾਰਿਆ। ਕਹਿ ਲੋ ਕਹੋ ਮਹਾਤਮ ਤਿਨਕੇ। ਉਹਨਾਂ ਦਾ ਫਿਰ ਕਿੰਨਾ ਕੁ ਅਸੀਂ ਮਹਾਤਮ ਦੱਸੀਏ ਵੀ ਕਿੰਨੇ ਕੋ ਮਹਾਨ ਤੇਜ ਪ੍ਰਤਾਪ ਵਾਲੇ ਸਨ। ਮਾਤਾ ਪਿਤਾ ਮਹਾਨ ਹੀ ਸਨ। ਜਨਮ ਹਰੀ ਕੇ ਗ੍ਰਾਮ ਭਇਓ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਹਰੀ ਕੇ ਪਿੰਡ ਆ ਉੱਥੇ ਅਵਤਾਰ ਹੋਇਆ। ਆਨ ਥਾਨ ਪੁਨ ਬਸਨ ਕੀਓ ਹੈ। ਫਿਰ ਹੋਰ ਸਥਾਨ ਤੇ ਆ ਕੇ ਇਹਨਾਂ ਦੇ ਮਾਤਾ ਪਿਤਾ ਨੇ ਬਸਣਾ ਕੀਤਾ। ਉਹ ਨਾਂਗੇ ਦੀ ਸਰਾਂ ਜਿਸਨੂੰ ਅੱਜ ਕੱਲ ਕਹਿੰਦੇ ਹਨ, ਮੱਥੇ ਦੀ ਸਰਾਂ ਵੀ ਆਖਿਆ ਜਾਂਦਾ ਹੈ। ਮੁਕਤਸਰ ਨੂੰ ਜਾਈਏ ਰਸਤੇ ਵਿੱਚ ਹੀ ਆਉਂਦਾ ਇਹ ਨਗਰ। 1567 ਸੰਮਤ। 1567 ਬਿਕਰਮੀ ਸੰਮਤ ਹੈ ਸੀ। ਫੇਰੂ ਸੁਤ ਜਨਮਿਓ ਗੁਰ ਸੰਮਤ। ਇਸ ਤਰ੍ਹਾਂ ਕਹਿੰਦੇ ਫੇਰੂ ਬਾਬਾ ਫੇਰੂ ਜੀ ਦੇ ਘਰ ਦੇ ਵਿੱਚ ਗੁਰੂ ਅੰਗਦ ਸਾਹਿਬ ਪੁੱਤਰ ਪੈਦਾ ਹੋਏ।
ਹਮਾਰੇ ਭਾਰੀ ਗੁਰੂ ਦੇ ਤੁਲ ਪਹੁੰਚੇ ਸ੍ਰੀ ਨਾਨਕ ਕੀ ਸਰਨੇ। ਉਹ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ। ਸੇਵਾ ਵਿਖੇ ਨੀਕ ਕਰ ਕਰਨੀ। ਸੇਵਾ ਦੇ ਵਿਚਕਾਰ ਸਭ ਤੋਂ ਜਿਹੜੀ ਚੰਗੀ ਕਰਨੀ ਇਹਨਾਂ ਨੇ ਕੀਤੀ। ਜੋ ਤੋ ਪ੍ਰੇਮ ਖੇਲਣ ਕਾ ਚਾਓ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ ਸਨ। ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਸੰਬੋਧਨ ਕਰਕੇ ਕਿਹਾ ਸੀ, ਇਹ ਭਾਈ ਲਹਿਣਾ ਜੀ, ਜੇ ਤੁਹਾਨੂੰ ਪ੍ਰੇਮ ਰੂਪੀ ਖੇਲ ਖੇਲਣ ਦਾ ਚਾਅ ਉਤਸ਼ਾਹ ਹੈ, ਸਿਰ ਧਰ ਤਲੀ ਗਲੀ ਮੇਰੀ ਆਓ। ਜਿਹੜਾ ਹੰਕਾਰ ਰੂਪੀ ਸੀਸ ਹੈ, ਉਹ ਨਿਮਰਤਾ ਰੂਪੀ ਤਲੀ ਤੇ ਰੱਖ ਕੇ ਸਾਡੀ ਭਗਤੀ ਰੂਪੀ ਗਲੀ ਵਿੱਚ ਆ ਜਾਓ, ਭਗਤੀ ਵਿੱਚ ਪ੍ਰਵੇਸ਼ ਹੋ ਜਾਓ। ਇਮ ਕਹਿਬੋ ਜਿਨ ਸਫਲ ਕੀਓ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜਿਨ੍ਹਾਂ ਨੇ ਕਹਿਣਾ ਹੋਇਆ ਸਫਲ ਕੀਤਾ, ਇਹਦੇ ਤੇ ਫੁੱਲ ਚੜਾਏ। ਅਤ ਰਿਜਾਏ ਸ੍ਰੀ ਗੁਰ ਲਿਓ ਹੈ। ਸੇਵਾ ਕਰਤੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਉੱਪਰ ਬਹੁਤਾ ਪ੍ਰਸੰਨ ਕਰ ਲਿਆ। ਜਿਨਹੋ ਨਾ ਅਜਮਤ ਕਹੂੰ ਜਨਾਈ। ਜਿਸ ਗੁਰੂ ਅੰਗਦ ਸਾਹਿਬ ਜੀ ਨੇ ਕਦੇ ਵੀ ਜ਼ਿੰਦਗੀ ਵਿੱਚ ਆਪਣੀ ਜਿਹੜੀ ਸ਼ਕਤੀ ਹੈ, ਤਾਕਤ ਹੈ, ਜਨਾਈ ਨਹੀਂ ਹੈ। ਅਜਰ ਜਰਨ ਤ੍ਰਿਤ ਛਿਤ ਸਮਤਾਈ। ਅਜਰ ਸ਼ਕਤੀਆਂ ਨੂੰ ਜਰ ਕੇ ਰੱਖਣਾ, ਜਿਹੜੀ ਧਰਤੀ ਵਾਂਗ ਆਪ ਜੀ ਦੇ ਧੀਰਜ ਸੀ। ਉਹ ਕਹਿ ਰਹੇ ਜ਼ਿਮੀਂਦਾਰਾਂ ਨੇ, ਜੱਟਾਂ ਨੇ ਆ ਕੇ ਕਹਿ ਦਿੱਤਾ ਸੀ, ਮਹਾਰਾਜ ਤੁਹਾਡੇ ਇੱਥੇ ਰਹਿਣ ਕਰਕੇ ਬਾਰਿਸ਼ ਨਹੀਂ ਪੈਂਦੀ, ਸਾਡੇ ਨਗਰ ਖਡੂਰ ਵਿੱਚੋਂ ਨਿਕਲ ਜਾਓ। ਉਹ ਤਪੇ ਦੇ ਮਗਰ ਲੱਗ ਕੇ ਆਪ ਜੀ ਨੂੰ ਬਾਹਰ ਕੱਢ ਦਿੱਤਾ ਸੀ ਤੇ ਆਪ ਜੀ ਨੇ ਕੋਈ ਵੀ ਐਸਾ ਬਚਨ ਨਹੀਂ ਕਿਹਾ ਸੀ, ਨਹੀਂ ਤਾਂ ਮਹਾਨ ਸ਼ਕਤੀ ਸੀ। ਇੱਕ ਬਚਨ ਕਹਿ ਦਿੰਦੇ ਸਭ ਦਾ ਭਸਮੀਭੂਤ ਕਰ ਦਿੰਦੇ। ਉਹ ਕਹਿੰਦੇ ਯਾਰ ਸ਼ਕਤੀਆਂ ਦੇ ਸਮਾਨ ਕੋਈ ਹੈ ਨਹੀਂ, ਧਰਤੀ ਵਾਂਗ ਆਪ ਜੀ ਦੇ ਅੰਦਰ ਧੀਰਜ ਹੈ ਸੀ। ਜਿਨਕੇ ਗੁਣ ਕਹੋ ਵਰਨੈ ਕੌਣ। ਜਿਨ੍ਹਾਂ ਦੇ ਗੁਣਾਂ ਨੂੰ ਕੌਣ ਕੋਈ ਕਵੀ ਕਥਨ ਕਰ ਸਕਦਾ ਹੈ। ਬਾਨੀ ਸ਼ੇਸ਼ ਦੇਖ ਰਹਿਮਾਨ। ਜਿਹੜੀ ਸ੍ਰਿਸ਼ਟੀ ਹੈ, ਸ਼ੇਸ਼ ਨਾਗ ਹੈ, ਉਹ ਵੀ ਗੁਰੂ ਅੰਗਦ ਸਾਹਿਬ ਦੇ ਗੁਣਾਂ ਨੂੰ ਦੇਖ ਕੇ ਚੁੱਪ ਰਹਿੰਦਾ ਹੈ। ਖੀਵੀ ਸਤੀ ਭਾਰਜਾ ਹੋਈ। ਗੁਰੂ ਅੰਗਦ ਸਾਹਿਬ ਜੀ ਦੀ ਕਹਿੰਦੇ ਖੀਵੀ ਨਾਮ ਦੀ ਜਿਹੜੀ ਇਸਤਰੀ ਸੀ, ਉਹ ਸਤਪਰਤਗੀ ਘਰ ਵਾਲੀ ਹੋਈ ਮਹਿਲ ਹੋਏ। ਭਏ ਆਤਮਜ ਤਿਸ ਤੇ ਦੋਈ। ਖੀਵੀ ਨਾਮ ਦੀ ਭਰਜਾ ਤੋਂ ਇਸਤਰੀ ਤੋਂ ਅੱਗੇ 2 ਸੁਪੁੱਤਰ ਹੋਏ ਆਪ ਜੀ ਦੇ। ਨਾਮ ਦਾਸ ਅਰ ਦਾਤਾ ਦੂਆ। ਪੁੱਤਰ ਦਾ ਨਾਮ ਦਾਸੂ ਸੀ, ਦੂਸਰੇ ਦਾ ਨਾਮ ਕਹਿੰਦੇ ਦਾਤੂ ਜੀ ਹੋਇਆ। ਤੀਸਰੀ ਸੀ ਬੀਬੀ ਅਮਰੋ ਜੀ। ਜਿਨ ਕੇ ਹਿਰਦੈ ਗਿਆਨ ਦ੍ਰਿੜ ਹੋਆ। ਦੇ ਹਿਰਦੇ ਅੰਦਰ ਬ੍ਰਹਮ ਗਿਆਨ ਨਾਲ ਪੱਕਾ ਹੋਇਆ ਸੀ। ਦਵਾਦਸ ਬਰਖ ਟਿਕੇ ਗੁਰ ਗਾਦੀ। ਗੁਰੂ ਅੰਗਦ ਸਾਹਿਬ ਜੀ ਕਹਿੰਦੇ 12 ਸਾਲ ਤੱਕ ਕੁਰਤਾ ਗੱਦੀ ਦੇ ਤਖਤ ਉੱਪਰ ਟਿਕੇ ਰਹੇ। ਖਸ਼ਟ ਮਾਸ 9 ਦਿਨ ਅਹਲਾਦੀ। 6 ਮਹੀਨੇ ਹੋਰ ਤੇ 9 ਦਿਨ ਹੋਰ ਉੱਪਰ ਬੜੇ ਆਨੰਦ ਦੇਣ ਵਾਲੇ ਗੁਰੂ ਅੰਗਦ ਸਾਹਿਬ ਜੀ ਟਿਕੇ ਰਹੇ 12 ਸਾਲ 6 ਮਹੀਨੇ 9 ਦਿਨ ਤੱਕ। 16/7/9 ਸੰਮਤ ਔਰ 1600 ਬਿਕਰਮੀ ਤੇ ਹੋਰ ਉੱਪਰ ਕਹਿੰਦੇ 9 ਸਾਲ। ਚੌਥ ਚੇਤ ਸੁਧ ਨਰ ਸਿਰ ਮੌਰ। ਚੇਤ ਦੇ ਮਹੀਨੇ ਦੀ ਕਹਿੰਦੇ ਸੁਦੀ ਚੰਨੇ ਪੱਖ ਦੀ ਚੌਲ ਸੀ, ਜੋ ਨਰਾਂ ਵਿੱਚੋਂ ਸ਼੍ਰੋਮਣੀ ਗੁਰੂ ਅੰਗਦ ਸਾਹਿਬ ਜੀ ਸਨ। ਤਿਨ ਕੋ ਤਜ ਬੈਕੁੰਠ ਸਿਧਾਰੇ। ਸਰੀਰ ਨੂੰ ਛੱਡ ਕਰਕੇ ਇਸ ਤਰ੍ਹਾਂ 1609 ਬਿਕਰਮੀ ਸੰਮਤ ਨੂੰ ਆਪ ਜੀ ਸੱਚਖੰਡ ਚਲੇ ਗਏ। ਸ੍ਰੀ ਗੁਰ ਅਮਰ ਤਖਤ ਬੈਠਾਰੇ। ਗੁਰੂ ਅੰਗਦ ਸਾਹਿਬ ਜੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਦਾ ਮਹਾਨ ਗੁਰਤਾ ਗੱਦੀ ਦਾ ਤਖਤ ਸੀ, ਉਹਦੇ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ। ਦੋਹਰਾ ਗ੍ਰਾਮ ਖਡੂਰ ਕੁਵਿਦ ਘਰ। ਜਿਹੜਾ ਖਡੂਰ ਸਾਹਿਬ ਨਗਰ ਵਿੱਚ ਜਿੱਥੇ ਜੁਲਾਹੇ ਦਾ ਘਰ ਹੈ ਸੀ, ਤਹ ਸੰਸਕਾਰੀ ਦੇ। ਇੱਥੇ ਗੁਰੂ ਅੰਗਦ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਅਬ ਲੋ ਖਰਿਓ ਕਰੀਰ ਤਰ। ਕਵੀ ਜੀ ਕਹਿੰਦੇ ਹੁਣ ਤੱਕ ਉੱਥੇ ਕਰੀਰ ਦਾ ਦਰਖਤ ਖੜੋਤਾ ਹੈ, ਜਿਸ ਦੇ ਨਾਲ ਗੁਰੂ ਅਮਰ ਸਾਹਿਬ ਦਾ
ਫੁੱਲ ਚਰਨ ਲੱਗਣ ਕਰਕੇ ਅੜ ਕੇ ਡਿੱਗ ਪਏ ਸਨ। ਕਿੱਲਾ ਜਾ ਸੀ ਫਿਰ ਇਹ ਹਰਾ ਹੋ ਗਿਆ ਸੀ। ਕਿਲਕ ਲੱਗਿਓ ਪਗ ਜਿਹੇ, ਜਿਹੜਾ ਕਹਿੰਦੇ ਕਿੱਲਾ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨੂੰ ਲੱਗਿਆ ਸੀ ਉਹ ਹਰਾ ਹੋ ਗਿਆ ਸੀ। ਤੇ ਗੁਰੂ ਕਾ ਬਾਗ ਦਾ ਜਦੋਂ ਮੋਰਚਾ ਲੱਗਾ ਉਦੋਂ ਸੁੱਕ ਗਿਆ ਸੀ। ਅੱਜ ਕੱਲ੍ਹ ਉੱਥੇ ਨਿਸ਼ਾਨੇ ਵਜੋਂ ਹੈ ਉਹ ਥੋੜ੍ਹਾ ਜਿਹਾ ਰੱਖਿਆ ਹੋਇਆ ਉਹਨਾਂ ਦਾ, ਉਹ ਹਰਾ ਭਰਾ ਕਰੀਰ ਦਾ ਦਰਖਤ ਹੈ ਨਹੀਂ ਹੈ। ਚੌਪਈ ਬਾਸਰ ਕੇ ਇੱਕ ਗ੍ਰਾਮ ਜੋ ਨਾਮੂ। ਹੁਣ ਗੁਰੂ ਅਮਰਦਾਸ ਸਾਹਿਬ ਜੀ ਜੋ ਗੁਰਤਾ ਗੱਦੀ ਦੇ ਤਖਤ ਤੇ ਬੈਠੇ ਉਹਨਾਂ ਸੰਬੰਧੀ ਵਾਕਈ ਦਿੰਦੇ, ਕਹਿੰਦੇ ਇੱਕ ਬਾਸਰ ਕੇ ਨਾਮ ਦਾ ਪਿੰਡ ਹੈ ਤੇ ਜੋ ਮਲ ਬਸ ਹੈ ਕਰ ਧਾਮੂ। ਇਸ ਬਾਸਰ ਕੇ ਪਿੰਡ ਦੇ ਵਿੱਚ ਬਾਬਾ ਤੇਜ ਮਲ ਜੀ ਆਪਣਾ ਘਰ ਬਣਾ ਕੇ ਬਸਦੇ ਸਨ। ਰੂਪ ਕੌਰ ਦਾਰਾ ਤਿਸ ਕੇਰੀ, ਇਹਨਾਂ ਦੇ ਘਰ ਦੇ ਵਿੱਚ ਕਹਿੰਦੇ ਰੂਪ ਕੌਰ ਨਾਮ ਦੀ ਇਸਤਰੀ ਹੈ ਸੀ, ਪਤਨੀ ਹੈ ਸੀ। ਕਿਸੇ ਨੇ ਲక్ష్ਮੀ ਵੀ ਲਿਖਿਆ ਹੈ, ਦੂਜਾ ਨਾਮ ਲక్ష్ਮੀ ਜੀ ਹੈ ਸੀ। ਤਪਸਾ ਕੀਨਸ ਜਿਨਹੁ ਬਡੇਰੀ, ਇਹਨਾਂ ਦੋਹਾਂ ਜੀਆਂ ਨੇ ਮਹਾਨ ਬੜੀ ਤਪੱਸਿਆ ਕੀਤੀ ਸੀ। ਜਿਨ ਕੋ ਫਲ ਵਿਦਿਤਿਓ ਅਸ ਆਏ। ਤਪੱਸਿਆ ਦਾ ਜਿਹੜਾ ਫਲ ਐਸਾ ਕਹਿੰਦੇ ਆ ਕੇ ਪ੍ਰਗਟ ਹੋਇਆ, ਐਸਾ ਫਲ ਮਿਲਿਆ। ਜਨਮਿਓ ਸੁਤ ਸੁਭ ਗੁਣ ਸਮੁਦਾਇ, ਇਸ ਤਰ੍ਹਾਂ ਕਹਿੰਦੇ ਸਾਰੇ ਚੰਗੇ ਗੁਣਾਂ ਵਾਲਾ ਜਿਹੜਾ ਸੁਪੁੱਤਰ ਹੈ ਉਹ ਪੈਦਾ ਹੋਇਆ ਇਹਨਾਂ ਦੇ ਘਰ ਦੇ ਵਿੱਚ। ਸ੍ਰੀ ਗੁਰ ਅਮਰਦਾਸ ਬਾਰ ਨਾਮੂ, ਇਸਦਾ ਨਾਮ ਇਹਨਾਂ ਨੇ ਫਿਰ ਸੁਭਾਏ ਮਾਨ ਗੁਰੂ ਅਮਰਦਾਸ ਸਾਹਿਬ ਜੀ ਰੱਖਿਆ, ਜੋ ਬੜਾ ਸ੍ਰੇਸ਼ਟ ਨਾਮ ਸੀ। ਬ੍ਰਹਮ ਗਿਆਨ ਨਿਸਚਲ ਕੇ ਧਾਮੂ, ਜਿਹੜਾ ਬ੍ਰਹਮ ਗਿਆਨ ਆ ਉਹਦੇ ਤਾਂ ਕਹਿੰਦੇ ਚੱਲ ਘਰ ਹੀ ਸਨ। ਗੁਰ ਅੰਗਦ ਸੇਵੇ ਇਸ ਰੀਤ, ਗੁਰੂ ਅੰਗਦ ਸਾਹਿਬ ਜੀ ਦੀ ਇਹਨਾਂ ਨੇ ਇਸ ਰੀਤੀ ਨੇ ਨਾਲ ਸੇਵਾ ਕੀਤੀ। ਸੁਨ ਰੋਮਾਂਚ ਹੋਏ ਬਿਸਮਤ ਚੀਤ, ਕਹਿੰਦੇ ਉਹ ਸੇਵਾ ਦੀ ਗੱਲ ਸੁਣ ਕੇ ਲੂ ਕੰਡੇ ਖੜੇ ਹੋ ਜਾਂਦੇ, ਚਿੱਤ ਵਿੱਚ ਚਰਚਾ ਫੈਲ ਜਾਂਦੀ, ਹੈਰਾਨ ਹੋ ਜਾਈਦਾ ਵੀ 12 ਸਾਲ ਤੱਕ ਕਿਵੇਂ ਲੱਕ ਬੰਨ ਕੇ ਗੁਰੂ ਅੰਗਦ ਸਾਹਿਬ ਦੇ ਇਸ਼ਨਾਨ ਦੀ ਬਾਕੀ ਲੰਗਰ ਦੀ ਸੇਵਾ ਕੀਤੀ। ਅਸੀਸ ਦੇ ਵਿੱਚ ਵੇਖ ਲੋ ਲਾਗਾ ਵੀ ਲੱਗ ਗਿਆ ਸੀ, ਇਸ ਤਰ੍ਹਾਂ ਕਿਰਮ ਵੀ ਚੱਲ ਗਏ, ਕੋਈ ਪ੍ਰਵਾਹ ਨਹੀਂ ਕੀਤੀ ਸੀ ਆਪ ਜੀ ਨੇ। ਜਬ ਹੈ 72 ਬਰਖ ਬੈ ਭਈ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਸਰ ਕੇ ਨਗਰ ਦੇ ਵਿੱਚ 72 ਸਾਲਾਂ ਦੀ ਉਮਰ ਹੋਈ ਸੀ। ਤਬ ਹੈ ਆਏ ਗੁਰ ਸੇਵਾ ਲਈ, 72 ਸਾਲਾਂ ਦੀ ਉਮਰ ਵਿੱਚ ਆ ਕੇ ਖਡੂਰ ਸਾਹਿਬ ਵਿੱਚ ਗੁਰੂ ਅੰਗਦ ਸਾਹਿਬ ਦੀ ਸੇਵਾ ਇਹਨਾਂ ਨੇ ਪ੍ਰਾਪਤ ਕਰ ਲਈ, ਸੇਵਾ ਵਿੱਚ ਲੱਗ ਗਏ ਸਨ। 12 ਸੰਮਤ ਕਰ ਸਮਰੂਖਾ, ਫਿਰ 12 ਸਾਲ ਤੱਕ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਕੇ ਮੁਰਿਓ ਨਾ ਮਨ ਕਬ ਰਹਿਓ ਅਦੂਖਾ, ਕਹਿੰਦੇ ਮਨ ਸੇਵਾ ਵੱਲੋਂ ਕਦੇ ਮੁੜਿਆ ਨਹੀਂ ਹੈ ਵੀ ਹੁਣ ਕੀਏ ਔਖੇ ਹੋਏ ਪਏ ਆ ਵੀ ਕਦੋਂ ਖੜਾ ਛੁੱਟੂਗਾ। ਇਸ ਤਰ੍ਹਾਂ ਕਈ ਵਾਰੀ ਵੱਧਾ ਚੱਟੀ ਜਾਂ ਮਨ ਹੋ ਜਾਂਦਾ ਹੈ ਵੀ ਬਹੁਤ ਔਖਾ, ਦੁੱਖਾ ਗੁਣਾ ਤੋਂ ਰਹਿਤ ਰਹੇ, ਕਦੇ ਮਨ ਵਿੱਚ ਐਸਾ ਖਿਆਲ ਨਹੀਂ ਆਇਆ ਹੈ। ਵੈਸ 84 ਸੰਮਤ ਜਬੈ, ਗੁਰੂ ਅਮਰਦਾਸ ਸਾਹਿਬ ਦੀਆਂ 12 ਸਾਲ ਸੇਵਾ ਕਰਦਿਆਂ 84 ਸਾਲਾਂ ਦੀ ਉਮਰ ਹੋ ਗਈ। ਤਖਤ ਜਗਤ ਗੁਰਤਾ ਟਿਕ ਤਬੈ, ਜਦੋਂ ਕਹਿੰਦੇ ਜਿਹੜਾ ਗੁਰਤਾ ਗੱਦੀ ਦਾ ਤਖਤ ਹੈ ਉਹ ਸੰਸਾਰ ਦੇ ਵਿੱਚ ਆਪ ਜੀ ਟਿਕੇ। ਕਰਿਓ ਪ੍ਰਕਾਸ਼ਨ ਆਪਣੋ ਆਪ, ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਆਪ ਦਾ ਮਹਾਨ ਪ੍ਰਕਾਸ਼ ਕੀਤਾ। ਕਹੀ ਪੈਜ ਆਪਣੀ ਕਹ ਥਾਪ, ਜਿਹੜੇ ਆਪਣੀ ਪੈਜ ਕੀ ਪ੍ਰਤੱਗਿਆ ਕਹੀ ਸੀ, ਪ੍ਰਤੱਗਿਆ ਕੀਤੀ ਸੀ, ਉਹਨਾਂ ਨੂੰ ਉਹਨੂੰ ਕਹਿੰਦੇ ਥਾਪਿਆ, ਇਸਤਤ ਰੱਖਿਆ ਵੀ ਸਾਡਾ ਜਿੰਨਾ ਚਿਰ ਸੀਤ ਤੇ ਧਰਤੇ ਹੈ, ਕੋਈ ਵੀ ਮਾਂ ਪਿਓ, ਕੋਈ ਬੁੱਢਾ ਜਵਾਨ, ਕੋਈ ਵੀ ਇਹ ਗੋਇੰਦਵਾਲ ਦਾ ਮਰੇ ਨਾ। ਰਾਮਚੰਦਰ ਜੀ ਨੇ ਤਾਂ ਸਿਰਫ ਇਹ ਨਹੀਂ ਕਿਹਾ ਸੀ ਨਾ ਅਯੁੱਧਿਆ ਵਿੱਚ ਵੀ ਮਾਂ ਪਿਓ ਦੇ ਅੱਗੇ ਪੁੱਤਰ ਨਾ ਮਰੇ। ਇੱਧਰ ਇਹਨਾਂ ਨੇ ਉਹੀ ਬਚਨ ਕਰ ਦਿੱਤਾ ਵੀ ਧਰਮਰਾਜ ਤੋਂ ਆਪਣੇ ਜਮਦੂਤ ਨਾ ਗੋਇੰਦਵਾਲ ਵਿੱਚ ਭੇਜਣਾ ਹੀ ਨਹੀਂ, ਕਿਸੇ ਨੂੰ ਮਾਰਨਾ ਹੀ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਆਪਣੀ ਜਿਹੜੀ ਪ੍ਰਤੱਗਿਆ ਕੀਤੀ ਇਸ ਨੂੰ ਪੂਰਾ ਟਿਕਾ ਕੇ ਰੱਖਿਆ। ਜਿੰਨਾ ਚਿਰ ਸਰੀਰ ਰਿਹਾ ਉਹਨਾਂ ਚਿਰ ਗੋਇੰਦਵਾਲ ਦਾ ਕੋਈ ਨਹੀਂ ਮੰਨ ਦਿੱਤਾ,
ਸੋ ਨਾਮ ਸੁਨੇ ਸੁਤ ਭਾਂਡਰਿਓ ਲਿਖਿਆ ਬਾਣੀ ਵਿੱਚ ਵੀ। ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਸੁਣ ਕੇ ਤਾਂ ਜਿਹੜਾ ਸੂਰਜ ਦਾ ਪੁੱਤਰ ਹੈ ਧਰਮਰਾਜ, ਕਹਿੰਦੇ ਉਹ ਡਰ ਗਿਆ, ਉਹਨੇ ਪੈਰ ਨਹੀਂ ਪਾਇਆ, ਕੋਈ ਨਹੀਂ ਮਰਿਆ। ਅਸੀਂ ਇਸ ਆਪਣੀ ਮਰਜ਼ਾਦਾ ਪ੍ਰਤਿਗਿਆ ਨੂੰ ਇਸਤਤ ਰੱਖਿਆ। ਜਬ ਲਗ ਜਗ ਹਮਰੋ ਤਨ ਰਹਿ। ਪ੍ਰਤਿਗਿਆ ਕੀ ਸੀ ਵੀ ਜਿੰਨਾ ਚਿਰ ਸਾਡਾ ਸੰਸਾਰ ਦੇ ਵਿੱਚ ਸਰੀਰ ਰਹੇ, ਸੁਤ ਮ੍ਰਿਤ ਮਾਤ ਪਿਤਾ ਨਹਿ ਲਹੈ। ਆਪਣੇ ਜਿਹੜੇ ਮਾਂ ਹੈ, ਪਿਓ ਹੈ, ਪੁੱਤਰ, ਕੋਈ ਵੀ ਮੌਤ ਨਾ ਪ੍ਰਾਪਤ ਕਰੇ, ਕੋਈ ਵੀ ਨਾ ਮਰੇ। ਇੱਥੇ ਦੁਆ ਬਿੰਸਤ ਦਿੱਲੀ ਉਮਰਾਵ। ਜਿਸ ਤਰ੍ਹਾਂ ਕਹਿੰਦੇ ਜ਼ਿਲ੍ਹਾ ਦਿੱਲੀ ਦਾ ਪਾਤਸ਼ਾਹ ਸੀ, ਉਹਦੇ 22 ਅਮਰਾਵ ਹੈ ਸੀ, 22 ਸੂਬੇ ਸੀ। ਤਿੱਤੇ ਸਿੱਖੀ ਸਿੱਖ ਮੰਜੀ ਸੋ ਬਿਠਾਵ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿੰਦੇ 22 ਸੂਬਿਆਂ 22 ਮੰਜੀਆਂ ਜਿਹੜੇ ਹੈ ਨਾ ਉਹਦੇ ਤੇ ਸਿੱਖ ਬਿਠਾਏ, 22 ਸਿੱਖ ਪ੍ਰਚਾਰਕ ਬਣਾਏ। ਕੌਣ ਕੌਣ ਗੁਣ ਤਿਨਕੇ ਭਨੀਐ ਹੈ। ਇਸ ਕਰਕੇ ਵੀ ਸਰੋਤਾ ਜਨੋ ਐਸੇ ਗੁਰੂ ਅਮਰਦਾਸ ਸਾਹਿਬ ਦੇ ਕਿਹੜੇ ਕੁੜੇ ਗੁਣਾਂ ਨੂੰ ਇੱਥੇ ਕਥਨ ਕਰੀਏ। ਘਨ ਹਰ ਬੂੰਦ ਬਸਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਹਨਾਂ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਾਵੈ। ਭੱਟਾਂ ਨੇ ਕਿਹਾ ਹੈ ਕਿ ਘਨ ਹਰ ਬੂੰਦ ਬੱਦਲ ਦੇ ਵਿੱਚੋਂ ਜਿੰਨੀਆਂ ਬੂੰਦਾਂ ਵਰਸਦੀ ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ ਹੈ। ਕੋਈ ਸਿੱਧ ਪੁਰੇ ਸ਼ਕਤੀ ਵਾਲਾ ਕਹਿ ਰਹੇ ਵੀ ਇੰਨੀਆਂ ਬੱਦਲ ਵਿੱਚੋਂ ਬੂੰਦਾਂ ਡਿੱਗੀਆਂ, ਇਹਨੂੰ ਫੇਰ ਡਿੱਗਣਗੀਆਂ ਬੱਦਲ ਵਰਸਣ ਸਵੇ, ਕੋਈ ਸੱਚ ਮੰਨਿਆ ਜਾ ਸਕਦਾ ਹੈ। ਇਸ ਤਰ੍ਹਾਂ ਬਾਸਰੋ ਮਾਲ ਧਰਤੀ ਉੱਪਰ ਜਿੰਨੀ ਰਮਾਵਲੀ ਹੈ, ਬਨਾਸਪਤੀ ਹੈ, ਉਹਨੂੰ ਕੋਈ ਗਿਣ ਕੇ ਨਹੀਂ ਦੱਸ ਸਕਦਾ ਤੇ ਕਿੰਨੇ ਹੈ ਦਰਖਤ, ਕਿਉਂਕਿ ਇੱਕ ਦਰਖਤ ਕਿੰਨੀਆਂ ਕਿੰਨੀਆਂ ਕਿਸਮਾਂ ਦਾ ਹੈ। ਉਹਨੂੰ ਗਿਣਨਾ ਸਾਰਿਆਂ ਨੂੰ ਬਹੁਤ ਔਖਾ ਹੈ। ਇਹ ਕੋਈ ਗਿਣ ਕੇ ਦੱਸ ਦੇ ਸਾਰੇ ਦਰਖਤ ਵੀ ਇੰਨੀ ਬਨਾਸੀ, ਇੰਨੇ ਪੱਤੇ, ਇਹਨਾਂ ਦੇ ਟਾਹਣੇ, ਇੰਨੇ ਦੇ, ਕੋਈ ਨਹੀਂ ਦੱਸ ਸਕਦਾ। ਪਰ ਕੋਈ ਦੱਸ ਦੇ, ਕੋਈ ਗੱਲ ਮੰਨੀ ਜਾ ਸਕਦੀ ਹੈ। ਕੁਸਮ ਬਸੰਤ ਗਨੰਤ ਨਾਲ ਹੈ। ਜਦੋਂ ਬਸੰਤ ਰੁੱਤ ਆਉਂਦੀ ਹੈ ਉਦੋਂ ਫੁੱਲਾਂ ਦਾ ਕੋਈ ਅੰਤ ਨਹੀਂ ਹੁੰਦਾ ਹੈ। ਕੋਈ ਨਹੀਂ ਗਿਣ ਕੇ ਦੱਸ ਸਕਦਾ, ਕੋਈ ਗਿਣ ਕੇ ਦੱਸਦੇ ਸੱਚ ਮੰਨਿਆ ਜਾ ਸਕਦਾ ਹੈ। ਇਸ ਤਰ੍ਹਾਂ ਚੰਦਰਮਾ ਤੇ ਸੂਰਜ ਦੀਆਂ ਜਿਹੀਆਂ ਕਿਰਨਾਂ ਹਨ ਵੀ ਜਦੋਂ ਤੋਂ ਇਹ ਸੰਸਾਰ ਦੇ ਵਿੱਚ ਹੋਂਦ ਵਿੱਚ ਆਏ ਉਦੋਂ ਤੱਕ ਉਹ ਲੈ ਕੇ ਹੁਣ ਤੱਕ ਕਿੰਨੀਆਂ ਸੂਰਜ ਤੇ ਕਿਰਨਾਂ, ਸੂਰਜ ਤੇ ਚੰਦਰਮਾ ਵਿੱਚੋਂ ਕਿਰਨਾਂ ਨਿਕਲੀਆਂ, ਗਿਣਨਾ ਮੁਸ਼ਕਲ ਹੈ। ਪਰ ਕੋਈ ਦੱਸਦੇ ਵੀ ਹਿਸਾਬ ਵੀ ਹੁਣ ਤੱਕ ਇੰਨੀਆਂ ਕਿਰਨਾਂ ਨਿਕਲ ਚੁੱਕੀਆਂ, ਆਉਣ ਵਾਲੇ ਸਮੇਂ ਵਿੱਚ ਇੰਨੀਆਂ ਕਿਰਨਾਂ ਸੂਰਜ ਤੇ ਚੰਦਰਮਾ ਵਿੱਚੋਂ ਨਿਕਲੀਆਂ, ਸੱਚ ਮੰਨਿਆ ਜਾ ਸਕਦਾ। ਇਸੇ ਤਰ੍ਹਾਂ ਜਿਹੜਾ ਸ਼ਿਵ ਜੀ 88 87 ਵਾਰ ਸਮਾਧੀ ਲਾ ਕੇ ਬੈਠਦਾ ਹੈ, ਜੋ ਉਹਨੂੰ ਕਦੇ ਸੁਖ ਹੈ ਉਹ ਨਹੀਂ ਕੋਈ ਦੱਸ ਸਕਦਾ ਹੈ ਗਿਣ ਕੇ ਹਿਸਾਬ ਲਾ ਕੇ। ਵਿਸ਼ਨੂੰ ਦੇ ਅੰਦਰ ਜਿੰਨਾ ਕੁ ਰੱਬੀ ਗਿਆਨ ਹੈ, ਵਾਹਿਗੁਰੂ ਨੇ ਨੂੰ ਗਿਆਨ ਬਖਸ਼ਿਆ, ਉਹਦਾ ਨਹੀਂ ਕੋਈ ਹਿਸਾਬ ਲਾ ਕੇ ਦੱਸ। ਕੋਈ ਦੱਸਦੇ ਵੀ ਪਰਮੇਸ਼ਰ ਨੇ ਇੰਨਾ ਗਿਆਨ ਦਿੱਤਾ ਹੈ ਤੇ ਅੱਗੇ ਵਿਸ਼ਨੂੰ ਨੇ ਇੰਨਾ ਆਪਣੇ ਭਗਤਾਂ ਨੂੰ ਗਿਆਨ ਵੰਡਿਆ, ਇੰਨਾ ਅੱਗੇ ਦੇਵੇਗਾ। ਤੇ ਸ਼ਿਵ ਜੀ ਇੰਨਾ ਚਿਰ ਧਿਆਨ ਲਾ ਕੇ ਇੰਨਾ ਸੁਖੀ, ਇੰਨਾ ਚਿਰ ਧਿਆਨ ਲਾ ਕੇ ਹੋਰ ਸੁਖੀ ਰਹੇਗਾ। ਇਹਦਾ ਵਰਣਨ ਕਰ ਸਕਦਾ ਹੈ। ਪਰ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਾਵੇ। ਇਹ ਭੱਲਿਆਂ ਦੀਆਂ ਸਵੰਸ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਤੇਰੇ ਜਿਹੜੇ ਵਿੱਚ ਗੁਣ ਨੇ ਉਹਨਾਂ ਨੂੰ ਕੋਈ ਗਿਣ ਨਹੀਂ ਕੀਤਾ। ਤੁਹਾਡੀ ਉਪਮਾ ਇਸ ਕਰਕੇ ਤੁਹਾਨੂੰ ਹੀ ਬਣ ਆਉਂਦੀ ਹੈ। ਤੁਹਾਡੇ ਵਰਗਾ ਗੁਣਾਂ ਵਾਲਾ ਕੋਈ ਹੋ ਨਹੀਂ ਸਕਦਾ ਹੈ। ਇੱਥੇ ਉਸੇ ਭਾਵ ਨਾਲ ਹੀ ਇਹ ਕਹਿ ਰਿਹਾ ਵੀ ਉਹਨਾਂ ਦੇ ਕਿਹੜੇ ਕਿਹੜੇ ਗੁਣਾਂ ਨੂੰ ਕਥਨ ਕਰੀਏ। ਜਲ ਤਰੰਗ ਰਜ ਕਨ ਸਮ ਗਨੀਏ ਹੈ। ਜਿਸ ਤਰ੍ਹਾਂ ਜਿਹੜੇ ਪਾਣੀ ਦੀਆਂ ਤਰੰਗਾਂ ਛੱਲਾਂ ਹਨ, ਤੇਰੇ ਤੇਰੇ ਜਿਹੜੇ ਕਿਣਕੇ ਉਹ ਗਿਣੇ ਨਹੀਂ ਜਾ ਸਕਦੇ। ਰਾਮੋ ਨਾਮ ਭਾਰਜਾ ਹੈ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜੀ ਭਾਰਜਾ ਇਸਤਰੀ ਸੀ ਉਹਦਾ ਰਾਮੋ ਨਾਮ ਸੀ। ਜਿਸ ਔਰ ਪਤ ਬ੍ਰਿਤ ਬਾਸਾ ਲਹੈ। ਦੇ ਵਿੱਚ ਪਤੀ ਵਰ ਧਰਮ ਵਾਲਾ ਜਿਹੜਾ ਹੈ ਨਾ, ਧਰਮ ਵਾਸਾ ਲੈਂਦਾ ਸੀ।
ਦੁਐ ਸੁਤ ਜਿਸ ਤੇ ਜਨਮਤ ਭਏ ਜਿਸ ਰਾਮੋ ਜੀ ਪਤਨੀ ਤੋਂ ਦੋ ਪੁੱਤਰ ਕਹਿੰਦੇ ਹੋ ਜਨਮੇ ਹੈ ਪੈਦਾ ਹੋਏ। ਮੋਹਨ ਨਾਮ ਮੋਹਰੀ ਥਏ ਇੱਕ ਦਾ ਨਾਮ ਮੋਹਨ ਜੀ ਸੀ, ਦੂਸਰੇ ਮੋਹਰੀ ਜੀ ਹੋਏ ਛੋਟੇ। ਉਪਜੀ ਸੁਤਾ ਨਾਮ ਜਿਸ ਭਾਨੇ ਇਸੇ ਤਰ੍ਹਾਂ ਇੱਕ ਲੜਕੀ ਪੈਦਾ ਹੋਈ ਜਿਸ ਦਾ ਨਾਮ ਭਾਨੀ ਸੀ, ਦੂਸਰੀ ਦਾ ਨਾਮ ਦਾਨੀ ਸੀ। ਦੋਏ ਪੁੱਤਰੀਆਂ ਹੋਈਆਂ। ਅਪਰ ਨਾ ਪਿਖੀਐ ਹੈ ਜਾਹ ਸਮਾਨੀ ਜਿਹੜੀ ਬੀਬੀ ਭਾਨੀ ਹੈ ਜਿਹਦੇ ਸਮਾਨ ਕਹਿੰਦੇ ਹੋਰ ਨਹੀਂ ਕੋਈ ਇਸਤਰੀ ਦੇਖੀ ਜਾ ਸਕਦੀ ਹੈ। ਅਪਰ ਮਾਨ ਬਰ ਭਾਗ ਮਹਾਨਾ ਜਿਹੜੀ ਬੀਬੀ ਭਾਨੀ ਸੀ ਇਹ ਤਾਂ ਮਿੰਤੀ ਤੋਂ ਰਹਿਤੀ ਬੜੇ ਸ੍ਰੇਸ਼ਟ ਭਾਗਾਂ ਵਾਲੇ ਸਨ। ਜਿਸ ਕੋ ਪਿਤਾ ਗੁਰੂ ਜਗ ਮਾਨਾ ਉਹਨਾਂ ਦੇ ਕਹਿੰਦੇ ਬੀਬੀ ਭਾਨੇ ਦੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਸੰਸਾਰ ਦੇ ਗੁਰੂ ਮੰਨੇ ਗਏ। ਪੁਨ ਭਰਤਾ ਨੇ ਗੁਰਤਾ ਪਾਈ ਤੇਰੇ ਬੀਬੀ ਭਾਨੀ ਦੇ ਜਿਹੜੇ ਪ੍ਰਤੀ ਸਨ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਨੇ ਗੁਰਤਾ ਗੱਦੀ ਪਾਈ। ਜਿਨਹੁ ਉਧਾਰੇ ਨਰ ਸਮੁਦਾਈ ਜਿਸ ਗੁਰੂ ਰਾਮਦਾਸ ਸਾਹਿਬ ਜੀ ਨੇ ਬੇਨਤੀ ਉਦਾਹਰਨ ਕੀਤੇ ਸਰੋਵਰ ਕਾਇਮ ਕਰਕੇ ਪੁਨਹ ਜਗਤ ਕੋ ਗੁਰ ਸੁਤ ਭਇਓ ਉਹਨਾਂ ਸਾਰੇ ਸੰਸਾਰ ਦਾ ਜਿਹੜਾ ਗੁਰੂ ਹੈ ਇਹਨਾਂ ਦਾ ਪੁੱਤਰ ਹੋਇਆ ਗੁਰੂ ਅਰਜਨ ਦੇਵ ਜੀ ਹੋਏ। ਸੁਜਸ ਪ੍ਰਕਾਸ਼ ਦਸੋਂ ਦਿਸ਼ ਕਯੋ ਜਿਸ ਗੁਰੂ ਅਰਜਨ ਦੇਵ ਜੀ ਨੇ ਸ੍ਰੇਸ਼ਟ ਜਸ ਸਾਰੇ ਧਰਤੀ ਕਰੇ ਪ੍ਰਕਾਸ਼ਣਾ ਕੀਤਾ। ਜਾਂ ਤੇ ਬਹੁ ਵੱਡ ਭਾਗਾ ਭਾਨੀ ਇਸ ਕਰਕੇ ਕਹਿੰਦੇ ਜਿਹੜੀ ਗੁਰੂ ਅਮਰਦਾਸ ਸਾਹਿਬ ਦੀ ਬੀਬੀ ਪੁੱਤਰੀ ਭਾਨੀ ਸੀ ਉਹ ਵੱਡੇ ਭਾਗਾਂ ਵਾਲੀ ਹੈ ਸੀ। ਜੈ ਕਹਿ ਪ੍ਰਗਟ ਨਾਮ ਜਗ ਜਾਨੀ ਇਹਦਾ ਬੀਬੀ ਭਾਨੀ ਦਾ ਜਿਹੜਾ ਨਾਮ ਜਿੱਥੇ ਕਰਕੇ ਪ੍ਰਗਟ ਕਰਕੇ ਜਾਣਿਆ ਜਾਂਦਾ ਹੈ। ਸ੍ਰੀ ਗੁਰ ਅਮਰ ਪੁੱਤਰ ਵੱਡ ਮੋਹਨ ਗੁਰੂ ਅਮਰਦਾਸ ਸਾਹਿਬ ਦੇ ਵੱਡੇ ਪੁੱਤਰ ਮੋਹਨ ਜੀ ਸਨ। ਦੇਵ ਬਧੂ ਜਿਸ ਕਰਹਿ ਨਾ ਮੋਹਨ ਦੇਵਤਿਆਂ ਦੀਆਂ ਵਹੁਟੀਆਂ ਵੀ ਜਿਨ੍ਹਾਂ ਨੂੰ ਮੋਹਤ ਨਹੀਂ ਕਰ ਸਕਦੀਆਂ। ਸਿਰ ਤੇ ਨਗਨ ਰਹਿ ਉਨ ਮਤਿਐ ਇਸ ਤਰ੍ਹਾਂ ਸਿਰ ਤੋਂ ਨੰਗੇ ਰਹਿੰਦੇ ਤੇ ਮਸਤੀ ਰਹਿੰਦੇ ਸਨ। ਹਿਰਦੇ ਗਿਆਨ ਦਿੜ ਚੇਤਨ ਸਤਿਐ ਹਿਰਦੇ ਅੰਦਰ ਜਿਹੜਾ ਸਰਚਿਤ ਆਨੰਦ ਦਾ ਜਿਹੜਾ ਗਿਆਨ ਹੈ ਪੂਰਨ ਕਹਿੰਦੇ ਪੱਕਾ ਹੈ ਸੀ। ਕਬ ਜੁਗ ਹਾਥਨ ਕਰਹਿ ਆਹਾਰੇ ਕਦੇ ਮੋਹਨ ਜੀ ਕਹਿੰਦੇ ਦੋਵਾਂ ਹੱਥਾਂ ਨਾਲ ਹੀ ਭੋਜਨ ਛਕਣ ਲੱਗ ਪੈਂਦੇ ਸਨ। ਰਹਿ ਇਕਾਂਤ ਏਕ ਚੌਬਾਰੇ ਜਿਹੜਾ ਗੋਇੰਦਵਾਲ ਵਿੱਚ ਵਾਰਾ ਹੈ ਉਹਦੇ ਵਿੱਚ ਇਕਾਂਤ ਹੀ ਇਕੱਲੇ ਰਹਿੰਦੇ ਸਨ। ਨਿਮਰ ਭਇਓ ਨਹਿ ਕਿਸ ਹੈ ਅਗਾਰੀ ਜਿਹੜੇ ਮੋਹਨ ਜੀ ਹੈ ਕਿਸੇ ਦੇ ਅੱਗੇ ਵੀ ਕਹਿੰਦੇ ਝੁਕੇ ਨਹੀਂ ਨਿਵੇਂ ਨਹੀਂ ਸਨ। ਅਹੰ ਬ੍ਰਹਮ ਔਰ ਮੈਂ ਦਿਡ ਭਾਰੀ ਕਿਉਂਕਿ ਹਿਰਦਿਆਂ ਵਿੱਚ ਮੈਂ ਹੀ ਬ੍ਰਹਮ ਹੈ ਭਾਰੀ ਪੱਕਾ ਨਿਚਾ ਸੀ ਦ੍ਰਿੜਤਾ ਸੀ। ਮਨ ਜੋ ਮੋਹਰੀ ਸੁਮਤ ਮਹਾਨੇ ਠੀਕ ਕਹਿ ਗਿਆ। ਮਨ ਜੋ ਮਨ ਚ ਨਹੀਂ ਆ ਰਿਹਾ ਅਨ ਜੋ ਮੋਹਰੀ ਸੁਮਤ ਮਹਾਨੇ ਹਾਂ ਜਿਹੜੇ ਛੋਟੇ ਜਿਹੜੇ ਇਹਨਾਂ ਦੇ ਭਰਾ ਮੋਹਰੀ ਜੀ ਉਹ ਬੜੇ ਚੰਗੇ ਸ੍ਰੇਸ਼ਟ ਮਤ ਵਾਲੇ ਸਨ। ਪਿਤਾ ਬਾਕ ਸਾਦਰ ਜਿਨ ਮਾਨੇ ਜਿਸ ਮੋਹਰੀ ਜੀ ਨੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਬੜੇ ਸਤਿਕਾਰ ਨਾਲ ਮੰਨਿਆ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਸਾਹਿਬ ਪੈਰੀ ਪਾਏ ਜੀਓ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨੀ ਆਪ ਜੀ ਪੈ ਗਏ ਸਨ। ਦੋਹਰਾ ਜਗ ਸਾਗਰ ਕੋ ਤਾਰਬੇ ਇਸ ਤਰ੍ਹਾਂ ਸੰਸਾਰ ਸਮੁੰਦਰ ਨੂੰ ਤਾਰਨ ਵਾਸਤੇ ਸਗਰੀ ਸੰਗਤ ਪਾਰ ਸਾਰੀ ਜਿਹੜੀ ਸੰਗਤ ਇਹਨੂੰ ਪਾਰ ਕਰਨ ਵਾਸਤੇ ਪਾਰ ਲੰਘਾਉਣ ਵਾਸਤੇ ਭਇਓ ਮੋਹਿਰੀ ਮੋਹਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਛੋਟਾ ਸਾਹਿਬਜ਼ਾਦਾ ਜਿਹੜਾ ਮੋਹਰੀ ਸੀ ਇਹ ਸਾਰਿਆਂ ਦਾ ਮੋਹਰੀ ਹੋਇਆ ਆਗੂ ਬਣਿਆ। ਠਾਂਡ ਮਹਾ ਉਪਕਾਰ ਕਹਿੰਦੇ ਪਰਉਪਕਾਰ ਇਹਨਾਂ ਨੇ ਕੀਤਾ ਝੁੱਕੇ। ਚੌਪਈ ਦੁਐ ਬਿੰਸਤ ਸੰਮਤ ਹੈ ਇੱਕ ਰਸ ਇਸ ਤਰ੍ਹਾਂ ਕਹਿੰਦੇ 22 ਸਾਲ ਤੱਕ ਇੱਕ ਰਸ ਪੰਜ ਮਾਸ ਅਰ ਦਿਵਸ ਇਕਾਦਸ ਤੇ ਪੰਜ ਮਾਸ 5 ਮਹੀਨੇ ਤੇ 11 ਦਿਨ ਹੋਰ ਗੁਰਤਾ ਗਾਦੀ ਕੀਨ ਆਬਾਦੀ ਜਿਹੜੀ ਗੁਰੂ ਨਾਨਕ ਦੀ ਗੁਰਤਾ ਗਾਦੀ ਇਹ
ਨੂੰ ਕਹਿੰਦੇ ਆਬਾਦ ਰੱਖਿਆ, ਇਸ ਤਰ੍ਹਾਂ ਪ੍ਰਫੁੱਲਤ ਰੱਖਿਆ। ਗਨ ਉਰਦਈ ਗਿਆਨ ਕੀ ਸ਼ਾਦੀ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਬਹੁਤਿਆਂ ਨੂੰ ਹਿਰਦੇ ਵਿੱਚ ਗਿਆਨ ਦੀਆਂ ਖੁਸ਼ੀਆਂ ਬਖਸ਼ੀਆਂ, ਗਿਆਨ ਦਾ ਆਨੰਦ ਬਖਸ਼ਿਆ। 16 ਇੱਕ ਤੀਸਾ ਫੇਰ, ਇਸ ਤਰ੍ਹਾਂ 1631 ਬਿਕਰਮੀ ਸਾਲ ਭਾਦੋ ਸੁਦ ਪੂਰਨ ਮਾਹੇਰ, ਤੇ ਭਾਦਰੋਂ ਦੇ ਮਹੀਨੇ ਦੀ ਪੂਰਨਮਾਸੀ ਦਾ ਦਿਨ ਸੀ। ਦੇਖ ਲਓ ਤਨ ਕੋ ਤਜ ਬੈਕੁੰਠ ਸਿਧਾਰੇ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਭਾਦਰੋਂ ਦੀ ਪੂਰਨਮਾਸੀ ਵਾਲੇ ਦਿਨ ਸਰੀਰ ਨੂੰ ਛੱਡ ਕੇ ਸੱਚਖੰਡ ਚਲੇ ਗਏ। ਹਮਸੇ ਜਿਨ ਬਹੁ ਪਤਤ ਉਧਾਰੇ, ਇਹ ਕਹਿੰਦਾ ਜਿਸ ਨੇ ਸਾਡੇ ਵਰਗੇ ਬੜੇ ਪਾਪੀ ਉਧਾਰੇ ਆ। ਬੋਲੀ ਸਾਹਿਬ ਦੀ ਰਚਨਾ ਕਰਕੇ ਵੀ ਜਪਜੀ ਦੇ 84 ਪਾਠ ਕਰੋ ਤੇ ਪਾਪਾਂ ਨੂੰ ਲਾਹ ਕੇ ਸੱਚਖੰਡ ਵਾਸੀ ਹੋਵੋ। 100 ਖਸ਼ਟ ਬਰਖ ਬੈ ਲਈ, ਜਿਨ੍ਹਾਂ ਦੀ ਕਹਿੰਦੇ 106 ਸਾਲ ਜਿਹੜੀ ਉਮਰ ਹੋਈ ਸੀ। ਸੰਮਤ ਖਸ਼ਟ ਔਰ ਥੀ ਰਹੀ, ਜਦੋਂ ਆਪ ਜੀ ਸਰੀਰ ਛੱਡਣ ਲੱਗੇ ਸਨ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ 6 ਸਾਲ ਦੀ ਬਾਕੀ ਉਮਰ ਹੋਰ ਕਹਿੰਦੇ ਵੇਖੀ ਸੀ, ਰਹਿ ਗਈ ਸੀ। ਗੁਰਤਾ ਸਹਿਤ ਦਈ ਹਰ ਖਾਏ, ਉਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹਿੰਦੇ ਗੁਰਤਾ ਗੱਦੀ ਤੇ ਬਾਕੀ 6 ਸਾਲ ਜਿਹੜੀ ਉਮਰ ਹੈ ਉਹ ਵੀ ਖੁਸ਼ ਹੋ ਕੇ ਦੇ ਦਿੱਤੀ। ਸ੍ਰੀ ਗੁਰੂ ਰਾਮਦਾਸ ਬੈਠਾਰੇ, ਗੁਰੂ ਰਾਮਦਾਸ ਸਾਹਿਬ ਜੀ ਨੂੰ 6 ਸਾਲ ਆਪਣੀ ਉਮਰ ਦੇ ਕੇ ਤੇ ਗੁਰਤਾ ਗੱਦੀ ਤੇ ਤਖਤ ਉੱਪਰ ਬਿਠਾਇਆ ਸੀ। ਲਵਪੁਰ ਮਹਿ ਛਤਰੀ ਹਰਦਾਸ, ਇਸ ਤਰ੍ਹਾਂ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਹੜਾ ਅਵਤਾਰ ਕਿੱਥੇ ਹੋਇਆ? ਲਾਹੌਰ ਦੇ ਵਿੱਚ ਛਤਰੀਆਂ ਵਿੱਚੋਂ ਇੱਕ ਹਰਦਾਸ ਹੈ ਸੀ। ਮਹਾ ਸੁਸ਼ੀਲ ਸੁਕਿਰਤਨ ਰਾਸ, ਉਹ ਭਾਈ ਹਰਦਾਸ ਜੀ ਬੜੇ ਚੰਗੇ ਸੁਭਾਅ ਵਾਲੇ ਸਨ ਤੇ ਬਹੁਤੇ ਪੁੰਨਾਂ ਵਾਲੇ ਸਨ। ਖੇਮ ਕੋਇਰ ਜਿਸਕੇ ਘਰ ਦਾਰਾ, ਜਿਸ ਕਹਿੰਦੇ ਹਰਦਾਸ ਜੀ ਦੇ ਘਰ ਦੇ ਵਿੱਚ ਖੋਏ ਕੌਰ ਨਾਮ ਦੀ ਇਸਤਰੀ ਹੈ ਸੀ। ਹਿਤ ਕਰ ਨਿਤ ਪਤ ਬ੍ਰਿਤ ਪ੍ਰਤ ਪਾਰਾ, ਇਸ ਤਰ੍ਹਾਂ ਦਇਆ ਕੌਰ ਵੀ ਲਿਖਿਆ ਕਿਸੇ ਨੇ, ਇਹ ਦੂਸਰਾ ਨਾਮ ਦਇਆ ਕੌਰ ਲਿਖਿਆ, ਖੇਮ ਕੌਰ ਵੀ ਹੈ। ਦੋ ਨਾਮ ਹੈ। ਇਸ ਤਰ੍ਹਾਂ ਹਮੇਸ਼ਾ ਜਿਨ੍ਹਾਂ ਨੇ ਪਤਿਵਰਤ ਧਰਮ ਨੂੰ ਪਾਲਿਆ ਹੋਇਆ ਸੀ। ਤਿੰਨ ਤੇ ਉਤਪਤ ਭਏ ਜੋ ਅਨੰਦ, ਖੇਮ ਕੌਰ ਹੈ ਜਾਂ ਦਇਆ ਕੌਰ, ਇਸ ਤੋਂ ਕਹਿੰਦੇ ਅੱਗੇ ਪੁੱਤਰ ਪੈਦਾ ਹੋਏ। ਸ੍ਰੀ ਗੁਰੂ ਰਾਮਦਾਸ ਕੁਲ ਚੰਦ, ਗੁਰੂ ਰਾਮਦਾਸ ਸਾਹਿਬ ਜੀ ਕੋਲ ਜਿਹੜੀ ਚੰਦਰਮਾ ਦੇ ਸਦਰਸ ਹੈ। ਭਏ ਜੋ ਕੁਲ ਭਲੇਨ ਕੇ ਭੂਖਨ, ਕਹਿੰਦੇ ਇਸ ਤਰ੍ਹਾਂ ਜੋ ਭੱਲਿਆਂ ਦੀ ਕੁਲ ਦੇ ਗਹਿਣਾ ਰੂਪ ਹੋਏ ਹੈ। ਭਾਨੀ ਤਿਨ ਕੀ ਸੁਤਾ ਅਦੂਖਨ, ਗੁਰੂ ਅਮਰਦਾਸ ਸਾਹਿਬ ਜੀ ਸਨ, ਉਹਨਾਂ ਦੀ ਜਿਹੜੀ ਬੀਬੀ ਭਾਨੀ ਹੈ ਦੁੱਖਾਂ ਦੁਸ਼ਾ ਗੁਣਾ ਤੋਂ ਰਹਿਤ। ਸੋਢੀ ਬੰਸ ਚੰਦ ਬਹੁ ਕਹ ਵਿਆਹੀ, ਜੋ ਸੋਢੀਆਂ ਦੇ ਬੰਸ ਦੇ ਚੰਦਰਮਾ ਗੁਰੂ ਰਾਮਦਾਸ ਸਾਹਿਬ ਜੀ ਉਹਨੂੰ ਇਹ ਬੀਬੀ ਭਾਨੀ ਜੀ ਵਿਆਹੇ ਸਨ। ਰਹੀ ਜੋ ਬਹੁ ਪਿਤ ਕੇ ਢਿਗ ਚਾਹੀ, ਜੋ ਚਾਹਨਾ ਕਰਕੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੇ ਹਜ਼ੂਰੀ ਵਿੱਚ ਹੀ ਰਹੀ, ਕੋਲ ਹੀ ਰਹੀ ਸੀ। ਗੋਇੰਦਵਾਲ ਪੁਰੀ ਬਖਿਆਤੀ, ਇਹ ਗੋਇੰਦਵਾਲ ਸਾਹਿਬ ਨਗਰ ਬਰਗਟ ਹੀ ਹੈ। ਤਹਾਂ ਬਸਤ ਬੀਤੇ ਦਿਨ ਰਾਤੀ, ਇੱਥੇ ਬੀਬੀ ਭਾਨੀ ਗੁਰੂ ਰਾਮਦਾਸ ਜੀ ਨੂੰ ਬਸਦਿਆਂ ਦਿਨ ਰਾਤ ਲੰਘੇ। ਤੀਨ ਪੁੱਤਰ ਉਪਜੇ ਤਿਨ ਕੇਰੇ, ਇਸ ਤਰ੍ਹਾਂ ਬੀਬੀ ਭਾਨੀ ਜੀ ਦੇ ਉਦਰ ਤੋਂ 3 ਪੁੱਤਰ ਕਹਿੰਦੇ ਪੈਦਾ ਹੋਏ। ਸ੍ਰੀ ਅਰਜਨ ਪ੍ਰਿਥਿਆ ਸੋ ਵਡੇਰੇ, ਗੁਰੂ ਅਰਜਨ ਦੇਵ ਜੀ ਜੋ ਸਾਰਿਆਂ ਤੋਂ ਛੋਟੇ ਸਨ 1620 ਬਿਕਰਮੀ ਵਿੱਚ ਪੈਦਾ ਹੋਏ। ਜਿਹੜਾ ਸਾਰਿਆਂ ਤੋਂ ਵੱਡਾ ਪ੍ਰਿਥੀ ਚੰਦ ਸੀ, ਇਹ 1600 ਇਸ ਤਰ੍ਹਾਂ ਉਹ 15 ਵਿੱਚ ਪੈਦਾ ਹੋਇਆ ਸੀ। ਤ੍ਰਿਤੀਏ ਮਹਾਦੇਵ ਜਿਹ ਨਾਮ, ਇਸੇ ਤਰ੍ਹਾਂ ਤੀਜਾ ਮਹਾਦੇਵ ਸੀ। ਇਹ 1618 ਬਿਕਰਮੀ ਵਿੱਚ ਪੈਦਾ ਹੋਇਆ ਸੀ। ਮਹਾ ਗੰਭੀਰ ਧੀਰ ਅਬਿਰਾਮ, ਮਹਾਨ ਕਰ ਗੈਰ ਗੰਭੀਰ ਵਾਸ਼ਿਆ ਧੀਰ ਸਹਾਰਾ ਮਸਤੀ ਰਹਿਣ ਵਾਲਾ ਹੈ ਸੀ। ਸ੍ਰੀ ਗੁਰੂ ਰਾਮਦਾਸ ਜਗ ਪਾਇਓ, ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਦੋਂ ਸੰਸਾਰ ਦੇ
ਦੇ ਵਿੱਚ ਪਾਇਆ ਚੰਗਾ ਲੱਗਿਆ। ਗੁਣ ਅਨੇਕ ਜੁਤ ਤਖਤ ਸੁਹਾਇਓ। ਜੋ ਅਨੇਕਾਂ ਗੁਣਾਂ ਦੇ ਸਹਿਤ ਤਖਤ ਤੇ ਸੋਭਨੀਕ ਹੋਏ। ਸੰਮਤ ਖਸ਼ਟ ਇਕਾਦਸ ਮਾਸ। ਸੰਮਤ ਖਸ਼ਟ ਤੇ ਗੁਰੂ ਨਾਨਕ ਸਾਹਿਬ ਜੀ 17 ਜਿਹੜੇ ਸਾਲ ਹਨ ਉਹ ਧਰਤੀ ਤੇ ਰਹੇ। ਇੱਕ ਮਹੀਨਾ ਘੱਟ 70 ਸਾਲ ਯਾਨੀ 69 ਸਾਲ 11 ਮਹੀਨੇ। ਇਹ ਸਹੀ ਸਮਝਾ ਕਰਤਾ ਗੱਦੀ ਉੱਤੇ ਟਿਕੇ ਰਹੇ। ਜਿਨ ਤੇ ਅਨਕ ਦਾਸ ਗਤ ਲਹੇ। ਜਿਸ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸੋਂ ਅਨੇਕਾਂ ਦਾਸਾਂ ਨੇ ਮੁਕਤੀ ਪ੍ਰਾਪਤ ਕੀਤੀ। 1638 ਸਾਲ। ਜਦੋਂ ਕਹਿੰਦੇ 1600 ਬਿਕਰਮੀ ਸੰਮਤ 38 ਸਾਲ ਉੱਪਰ ਹੋਏ। ਭਾਦੋ ਸੁਦੀ ਤੀਜ ਗੁਰ ਦਿਆਲ। ਭਾਦੋ ਦੀ ਕਹਿੰਦੇ ਚਾਨਣੇ ਪਖਦੀ ਤੀਜ ਸਰਸੀ ਦਿਆਲੂ ਗੁਰੂ ਰਾਮਦਾਸ ਸਾਹਿਬ ਜੀ। ਤਜ ਸਰੀਰ ਬੈਕੁੰਠ ਪਧਾਰੇ। ਆਪਣਾ ਪੰਜ ਭੌਤਿਕ ਸਰੀਰ ਛੱਡ ਕੇ ਸੱਚਖੰਡ ਨੂੰ ਚਲੇ ਗਏ। ਸ੍ਰੀ ਅਰਜਨ ਜੀ ਤਖਤ ਬਿਠਾਰੇ। ਜੋ ਗੁਰਤਾ ਗੱਦੀ ਦਾ ਤਖਤ ਸੀ ਉਹਦੇ ਉੱਪਰ ਗੁਰੂ ਅਰਜਨ ਦੇਵ ਜੀ ਨੂੰ ਆਪ ਜੀ ਨੇ ਬਿਠਾ ਦਿੱਤਾ। ਪੁਨ ਸੋਡਨ ਕੁਲ ਮਹਿ ਗੁਰ ਆਈ। ਉਸ ਤੋਂ ਬਾਅਦ ਤਾਂ ਫਿਰ ਸੋਢੀਆਂ ਦੇ ਕੁਲ ਦੇ ਵਿੱਚ ਹੀ ਇਹ ਗੁਰਿਆਈ ਗੱਦੀ ਹੋਤ ਭਾਈ ਗੁਰ ਦਸਵੇਂ ਤਾਈ। ਇਹਦੇ 10ਵੇਂ ਪਾਤਸ਼ਾਹ ਤੱਕ ਸੋਢੀਆਂ ਦੇ ਕੁਲ ਦੇ ਵਿੱਚ ਹੀ ਗੁਰਤਾ ਗੱਦੀ ਰਹੀ। ਪੰਚਮ ਪਾਤਸ਼ਾਹ ਜਬ ਭਏ। ਇਸ ਤਰ੍ਹਾਂ ਜਦੋਂ ਕਹਿੰਦੇ ਪੰਜਵੇਂ ਪਾਤਸ਼ਾਹ ਸੰਸਾਰ ਦੇ ਵਿੱਚ ਹੋਏ। ਤਾਲ ਸੁਦਾਸਰ ਤਬ ਨਿਰਮਏ। ਉਹ ਕਹਿੰਦੇ ਜਿਹੜਾ ਅਮਰ ਸਰੋਵਰ ਹੈ ਇਹ ਸੋਹਣਾ ਅਮਰ ਦਾ ਸਰੋਵਰ ਆਪ ਜੀ ਨੇ ਸਿਰਜਿਆ ਬਣਾਇਆ। ਬੀੜ ਗ੍ਰੰਥ ਸਾਹਿਬ ਕੀ ਹੋਈ। ਇਹਨਾਂ ਦੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਵੀ ਕਹਿੰਦੇ ਹੋਇਆ ਲਿਖਿਆ ਗਿਆ ਤੇ ਪ੍ਰਕਾਸ਼ ਕੀਤਾ ਗਿਆ ਹਰਿਮੰਦਰ ਸਾਹਿਬ ਵਿਖੇ। ਜਿਸ ਪਠ ਕੈ ਗਤ ਲਹਿ ਸਭ ਕੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਨੂੰ ਪੜ੍ਹ ਕੇ ਸਭ ਕੋਈ ਕਲਿਆਣ ਪ੍ਰਾਪਤ ਕਰ ਸਕਦਾ ਹੈ। ਗੰਗਾ ਨਾਮ ਭਾਰ ਜਾ ਵਿਆਹੀ। ਐਸੇ ਗੁਰੂ ਅਰਜਨ ਦੇ ਪਰਉਪਕਾਰੀ ਨੇ ਕਿ ਗੰਗਾ ਨਾਮ ਦੀ ਜਿਹੜੀ ਇਸਤਰੀ ਉਹ ਵਿਆਹਣਾ ਕੀਤੀ। ਸਾਧਵੀ ਕੇ ਗੁਣ ਸਭ ਜਿਸ ਮਾਹੀ। ਪਤਵਰਤਾ ਇਸਤਰੀਆਂ ਵਾਲੇ ਗੁਣ ਜਿਸ ਦੇ ਵਿੱਚ ਸਾਰੇ ਹੀ ਹੈ ਸਨ। ਨੰਦਨ ਉਪਜਿਓ ਇੱਕ ਕੁਲ ਚੰਦ। ਇਸ ਗੰਗਾ ਦੇ ਪੇਟ ਤੋਂ ਕਹਿੰਦੇ ਇੱਕ ਕੁਲ ਦਾ ਚੰਦਰਮਾ ਵਾਂਗ ਪੁੱਤਰ ਪੈਦਾ ਹੋਇਆ। ਸੋਢ ਕੁਲ ਦਾ ਚੰਦਰਮਾ। ਵੱਡ ਧਨ ਧਰ ਸ੍ਰੀ ਹਰਿ ਗੋਬਿੰਦ। ਬੜੇ ਧਨਕ ਧਾਰੀ ਸਨ ਜਿਨ੍ਹਾਂ ਦਾ ਨਾਮ ਸ੍ਰੀ ਹਰਗੋਬਿੰਦ ਸਾਹਿਬ ਕਰਕੇ ਹੋਇਆ। ਧੀਰ ਧਰਮ ਧਜ ਸ੍ਰੀ ਗੁਰ ਅਰਜਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਧੀਰ ਤੇ ਧਰਮ ਦੇ ਤੱਤ ਉਜਾਰੂ ਸੀ, ਨਿਸ਼ਾਨ ਰੂਪ ਸੀ। ਵਿਸ ਤੀਰਤ ਜਿਤ ਕਿਤ ਜਸ ਅਰਜਨ। ਜਿੱਥੇ ਕਿੱਥੇ ਵੀ ਆਪ ਜੀ ਨੇ ਜਸ ਜਲ ਫਲਾਇਆ। ਜਗ ਕਰ ਤਬਿਐ ਵਿਖੇ ਸੁਭ ਭਾਰੇ। ਸੰਸਾਰ ਦੇ ਵਿੱਚ ਚੰਗੇ ਚੰਗੇ ਜਿਹੜੇ ਭਾਰੇ ਕਰਤੱਵ ਕੀਤੇ। ਭਗਤ ਬਿਥਾਰ ਅਨਕ ਜਨ ਤਾਰੇ। ਪ੍ਰੇਮਾ ਭਗਤੀ ਫਲਾ ਕੇ ਅਨੇਕਾਂ ਦਾਸਾਂ ਨੂੰ ਧਾਰਿਆ। ਬਿੰਸਤ ਚਤਰ ਬਰਖ ਨਵ ਮਾਸ। ਇਸੇ ਤਰ੍ਹਾਂ ਬਿੰਸਤ ਚਤਰ ਬਰਖ ਨਵ ਮਾਸ 20 ਤੇ 24 ਸਾਲ ਤੇ 9 ਮਹੀਨੇ। ਇੱਕ ਦਿਨ ਉੱਪਰ ਸ੍ਰੀ ਸੁਖ ਰਾਸ। ਇੱਕ ਦਿਨ ਉੱਪਰ ਜਾਣੀ 24 ਸਾਲ 9 ਮਹੀਨੇ ਇੱਕ ਦਿਨ ਸੁਖਾਂ ਦੇ ਖਾਣੂ ਗੁਰੂ ਅਰਜਨ ਦੇਵ ਜੀ ਨੇ ਗੁਰਤਾ ਲਹਿ ਸਰੀਰ ਕੋ ਧਾਰਾ। ਗੁਰਤਾ ਗੱਦੀ ਦਾ ਤਖਤ ਲੈ ਕੇ ਤੇ ਆਪਣਾ ਸਰੀਰ ਕਾਇਮ ਰੱਖਿਆ। ਪੁਨਹ ਚਾਹਿਓ ਸੱਚਖੰਡ ਸਿਧਾਰਾ। ਫਿਰ ਆਪ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਜਾਣਾ ਚਾਹਿਆ। ਦੋਹਰਾ ਖੋੜਸ 763 ਅਧਿਕ। ਇਸ ਤਰ੍ਹਾਂ ਕਹਿੰਦੇ 1600 ਤੇ ਹੋਰ ਉੱਪਰ ਜ਼ਿਆਦਾ 63 ਸਾਲ। ਜੇਠ ਮਾਸ ਮਹਾਨ। ਜੇਠ ਦਾ ਜਿਹੜਾ ਮਹਾਨ ਵੱਡਾ ਤਪਸ਼ ਵਾਲਾ ਲੂਆਂ ਵਾਲਾ ਮਹੀਨਾ
ਮਹੀਨਾ ਹੁੰਦਾ ਹੈ। ਸੁਦੀ ਚੌਥ ਦਿਨ ਮਹਿ ਗੁਰੂ। ਇਸ ਤਰ੍ਹਾਂ ਕਹਿੰਦੇ ਚਾਨੇ ਪੱਖ ਦੀ ਚੌਥ ਥਿਤ ਨੂੰ ਕੀਨ ਬਿਕੁੰਠ ਪਿਆਨ। ਆਓ ਚੰਦੂ ਦੇ ਘਰ ਦੇ ਵਿੱਚ ਲਾਹੌਰ ਸ਼ਹਿਰ ਵਿਖੇ ਜਾ ਕੇ ਆਪ ਜੀ ਨੇ ਸੱਚਖੰਡ ਜਾਣਾ ਕੀਤਾ। ਜੇਠ ਦੇ ਮਹੀਨੇ ਜੋ ਅੱਜ ਕੱਲ੍ਹ ਹੋਣਾ ਸ਼ੁਰੂ ਹੈ, ਜੇਠ ਦਾ ਮਹੀਨੇ ਇਸੇ ਵਿੱਚ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਣਾ ਵਰਤਾਇਆ ਸੀ, ਜੋ ਹੈ ਹੁਣੇ ਹੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਦਾ ਕਈ ਥਾਈਂ ਜਿਹੜਾ ਹੈ ਸ਼ਹੀਦੀ ਦਿਨ ਮਨਾਇਆ ਤੇ ਮਨਾਇਆ ਜਾ ਰਿਹਾ ਹੈ। ਸਾਰਾ ਮਹੀਨਾ ਹੀ ਸਿੱਖ ਸੰਗਤਾਂ ਮਹਾਰਾਜ ਦੀ ਯਾਦ ਵਿੱਚ ਹੀ ਸ਼ਿਵਿਲਾਂ ਲਾ ਕੇ ਤੇ ਦਿਹਾੜੇ ਨੂੰ ਮਨਾਉਂਦਾ ਹੈ। ਆਪ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਹੈ ਵੀ ਇਹਦੇ ਵਿੱਚ ਕੋਈ ਅੱਖਰ ਨਾ ਹੋਰ ਲਿਖ ਸਕੇ, ਰਲਾ ਮਿਲਾ ਨਾ ਕਰ ਸਕੇ। ਇਹ ਆਪ ਜੀ ਨੇ ਇਸ ਸੰਬੰਧ ਵਿੱਚ ਸ਼ਹਾਦਤ ਦੇ ਦਿੱਤੀ, ਕਿਉਂਕਿ ਜਹਾਂਗੀਰ ਦੇ ਕੋਲ ਸ਼ਿਕਾਇਤ ਪਹੁੰਚੀ ਸੀ ਵੀ ਗੁਰੂ ਅਰਜਨ ਦੇਵ ਜੀ ਨੇ ਇੱਕ ਪੁਸਤਕ ਲਿਖਿਆ ਹੈ, ਉਹਦੇ ਵਿੱਚ ਮੁਸਲਮਾਨਾਂ ਨੂੰ ਨੀਵਾਂ ਦਿਖਾਇਆ ਹੈ, ਹਿੰਦੂਆਂ ਨੂੰ ਉੱਚੇ ਦਿਖਾਇਆ, ਮਹਿਮਾ ਕੀਤੀ ਹੈ, ਮੁਸਲਮਾਨਾਂ ਨੂੰ ਭੰਡਿਆ ਹੈ। ਪਾਤਸ਼ਾਹ ਇਹ ਤੁਹਾਡੇ ਸਮੇਂ ਇਹੋ ਜਿਹਾ ਪੁਸਤਕ ਲਿਖਿਆ, ਤੁਹਾਨੂੰ ਇਹ ਦਾਗੀ ਕਰੂਗਾ ਵੀ ਉਹਨਾਂ ਨੇ ਰੋਕਿਆ ਕਿਉਂ ਨਾ। ਤੁਹਾਨੂੰ ਗੁਰੂ ਅਰਜਨ ਦੇਵ ਜੀ ਨੂੰ ਬੁਲਾ ਕੇ ਉਹ ਪੁਸਤਕ ਵਿੱਚੋਂ ਜਿਹੜੇ ਕੋਈ ਮੁਸਲਮਾਨਾਂ ਦੇ ਸੰਬੰਧ ਵਿੱਚ ਅਪਸ਼ਬਦ ਹੈ, ਘਟੀਆ ਦਰਜੇ ਦੇ ਵਾਕ ਕੱਢ ਕਢਾ ਦੇਣੇ ਚਾਹੀਦੇ ਹੈ। ਇਹ ਤੁਹਾਡਾ ਪਾਤਸ਼ਾਹ ਜੀ ਪਰਖ ਪਾਰ ਹੋਵੇਗਾ। ਉਧਰ ਜਹਾਂਗੀਰ ਬੜਾ ਤਪਸਵੀ ਸ਼ਰੀਰ ਸੀ, ਕਿਉਂਕਿ ਜਦੋਂ ਮੀਆਂ ਮੀਰ ਪੀਰ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਮੱਥੇ ਟੇਕਦਾ, ਇਸ ਤਰ੍ਹਾਂ ਸਤਿਕਾਰ ਕਰਦਾ, ਮਹਿਬਾ ਕਰਦਾ ਮੁਸਲਮਾਨਾਂ ਕੋਲ, ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸੁਖਮਨੀ ਬਾਣੀ ਪੜ੍ਹਦਾ, ਫਿਰ ਉਹਨੂੰ ਬੜਾ ਦੁੱਖ ਹੁੰਦਾ, ਕਦੇ ਵੀ ਇਹ ਵੇਖੋ ਹੁਣ ਪੀਰ ਹੋ ਕੇ ਕੀ ਕਰੀ ਜਾਂਦਾ ਸੀ, ਇਹਨੂੰ ਮੱਥਾ ਟੇਕਦੇ, ਇਹ ਅੱਗੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਮੱਥੇ ਟੇਕੀ ਜਾਂਦਾ, ਇਹਦੇ ਨਾਲ ਸਾਡੇ ਮੁਸਲਮਾਨਾਂ ਦੀ ਤੋਹੀਨ ਹੁੰਦੀ ਹੈ। ਤੇ ਹੋਰ ਮੀਆਂ ਮੀਰ ਨੂੰ ਦੇਖ ਕੇ ਕਈ ਮੁਸਲਮਾਨ ਗੁਰੂ ਅਰਜਨ ਦੇਵ ਜੀ ਦੇ ਸਾਧਕ ਸਿੱਖ ਬਣ ਗਏ ਸਨ। ਫਿਰ ਇਹ ਚਾਹੁੰਦਾ ਸੀ ਕੋਈ ਨਾ ਕੋਈ ਬਹਾਨਾ ਜਿਹਾ ਲੱਗ ਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ। ਜਦੋਂ ਫਿਰ ਸ਼ਿਕਾਇਤ ਜੀ ਕਿਸੇ ਨੇ ਕਰ ਦਿੱਤੀ ਤੇ ਉਸ ਵੇਲੇ ਫਿਰ ਇੱਥੇ ਲਾਹੌਰ ਵਿੱਚ ਆਪ ਜੀ ਨੂੰ ਮੰਗਾ ਲਿਆ ਗਿਆ ਤੇ ਆਪ ਜੀ ਚਲੇ ਗਏ। ਤੇ ਉਸ ਵੇਲੇ ਕਿਹਾ ਵੀ ਮੈਂ ਸੁਣਿਆ ਜੀ ਤੁਸੀਂ ਇੱਕ ਪੁਸਤਕ ਰਚਿਆ ਬਾਣੀ ਦਾ, ਤੇ ਉਹਦੇ ਵਿੱਚ ਮੁਸਲਮਾਨਾਂ ਦੀ ਤੁਸੀਂ ਘਟੀਆ ਦਰਜੀ ਦੀ ਉਹ ਲਫ਼ਜ਼ ਲਿਖੇ ਹੋਏ ਉਹਨਾਂ ਨੂੰ ਦਿਖਾਇਆ, ਹਿੰਦੂਆਂ ਦੀ ਵਡਿਆਈ ਕੀਤੀ ਹੈ। ਪਰ ਕਹਿੰਦੇ ਨਹੀਂ, ਐਸਾ ਨਹੀਂ ਹੈ, ਸਾਰਿਆਂ ਨੂੰ ਇੱਕੋ ਜਿਹਾ ਕਿਹਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅੱਲਾ ਹੈ, ਕਾਰਨ ਕਰਮ ਕਰੀਮ ਕਿਰਪਾ ਧਾਰਨੀ, ਕੋਈ ਨਹਾਵੇ ਤੀਰਥ, ਕੋਈ ਹਜ ਨਾ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ, ਕੋਈ ਪੜਾ ਵੇਦ, ਕੋਈ ਕਤੇਬ, ਕੋਈ ਓਢਾ ਨੀਲ, ਕੋਈ ਸਫੇਦ, ਕੋਈ ਕਹੇ ਹਿੰਦੂ। ਇਸ ਤਰ੍ਹਾਂ ਦੇ ਲਫ਼ਜ਼ ਆਪ ਜੀ ਨੇ ਕਿਹਾ ਵੀ ਆਪਣੇ ਆਪ ਨੂੰ ਜਿਵੇਂ ਕੋਈ ਹੈ ਉਹ ਕਹੀ ਜਾਂਦਾ ਮੈਂ ਹਿੰਦੂ ਹਾਂ, ਕੋਈ ਕਹਿੰਦਾ ਮੈਂ ਮੁਸਲਮਾਨ ਹਾਂ ਜੀ। ਪਰ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਨ ਭੇਦ ਚਾਤਾ। ਜਿਹਨੇ ਉਸ ਵਾਹਿਗੁਰੂ ਦੇ ਹੁਕਮ ਪਛਾਣਿਆ, ਉਹਨੇ ਵਾਹਿਗੁਰੂ ਦੇ ਭੇਦ ਨੂੰ ਜਾਣਿਆ ਹੈ। ਉਹ ਨੀਵਾਂ ਤਾਂ ਕੋਈ ਲਿਖਾਇਆ ਨਹੀਂ, ਯਥਾਰਥ ਵਾਕ ਕਹੇ ਹੈ। ਕਹਿਣ ਲੱਗਾ ਨਹੀਂ ਜੀ, ਇਹਦੇ ਵਿੱਚ ਹਿੰਦੂਆਂ ਨੂੰ ਲਿਖੋ ਵੀ ਇਹ ਕਾਫਰ ਹੁੰਦੇ ਨੇ, ਤੇ ਮੁਸਲਮਾਨਾਂ ਨੂੰ ਕਹੋ ਵੀ ਇਹ ਮਹਾਨ ਹੈ, ਮੁਸਲਮਾਨ ਮਤ ਸੱਚਾ ਹੈ, ਮਹਾਨ ਹੈ। ਮੇਰੀ ਵਿੱਚ ਸਿਫਤ ਲਿਖੋ, ਮੇਰਾ ਸੰਮਤ ਲਿਖੋ ਵੀ ਉਸ ਸਮੇਂ ਆ ਹੋਇਆ ਹੈ, ਜਹਾਂਗੀਰ ਇਹੋ ਜਿਹਾ ਹੋਇਆ ਹੈ। ਪਰ ਕਹਿੰਦੇ ਇਹ ਤਾਂ ਅਕਾਲ ਗੋ ਬਾਣੀ ਹੈ, ਸੱਚ ਕੀ ਬਾਣੀ ਹੈ, ਇਹਦੇ ਵਿੱਚ ਦੁਨਿਆਵੀ ਲੋਕਾਂ ਦੀਆਂ ਗੱਲਾਂ ਨਹੀਂ ਲਿਖੀਆਂ ਜਾ ਸਕਦੀਆਂ ਹਨ। ਫਿਰ ਬਹਾਨਾ ਹੀ ਚਾਹੁੰਦਾ ਸੀ, ਕਹਿੰਦਾ ਲਓ ਤੂੰ ਮੇਰੀ ਗੱਲ ਇੰਨੀ ਵੀ ਨਹੀਂ ਮੰਨ ਸਕਦੇ। ਚੰਦੂ ਨੂੰ ਕਹਿ ਦਿੱਤਾ ਵੀ ਮਨਾ ਇਹਨਾਂ ਨੂੰ। ਉਹ ਪਹਿਲਾਂ ਹੀ ਚਾਹੁੰਦਾ ਸੀ, ਕਿਉਂਕਿ ਉਹਦੀ ਲੜਕੀ ਦਾ ਰਿਸ਼ਤਾ ਉਹ ਮਹਾਰਾਜ ਨੇ ਮੋੜ ਦਿੱਤਾ ਸੀ।
ਮੋੜਿਆ ਹੰਕਾਰੀ ਜਾਣ ਕੇ ਸੀ, ਕਿਉਂਕਿ ਪੁੱਠਾ ਸਿੱਧਾ ਬੋਲ ਪਿਆ ਸੀ। ਜਦੋਂ ਇਹ ਬ੍ਰਾਹਮਣ ਤੇ ਰਾਜੇ ਸਿੱਖ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਿਆ ਗਿਆ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਦੇਖ ਕੇ, ਗੁਰੂ ਅਰਜਨ ਦੇਵ ਮਹਾਰਾਜ ਦੀ ਮਹਾਨ ਵਡਿਆਈ ਦੇਖ ਕੇ, ਫਿਰ ਇਹਨਾਂ ਨੇ ਜਾ ਕੇ ਚੰਦੂ ਕੋਲ ਕਹਿ ਦਿੱਤਾ, ਇਹ ਚੰਦੂ ਬਹੁਤ ਵਧੀਆ ਅਸੀਂ ਘਰ ਥਾਂ ਲੱਭ ਕੇ ਆਏ ਆ। ਇੱਕ ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਉਹਨਾਂ ਦੇ ਕੋਲ, ਤੇ ਸਾਰਾ ਸੰਸਾਰ ਉਹਨਾਂ ਨੂੰ ਪੂਜਦਾ ਹੈ। ਬੜੀ ਮਾਇਆ ਚੜ੍ਹਦੀ ਹੈ, ਢੇਰ ਲੱਗ ਜਾਂਦੇ ਹਨ ਮੰਦਰ ਵਿੱਚ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮੱਥੇ ਟੇਕ ਹੀ ਤੁਰੇ ਜਾਂਦੇ ਹੈ। ਬਾਕੀ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਸੁਪੁੱਤਰ ਹੈ, ਉਹਨਾਂ ਦੇ ਸਰੂਪ ਦਾ ਤਾਂ ਕਹਿਣਾ ਕੀ ਹੈ। ਜੇ ਕਹਿ ਦਈਏ ਵੀ ਉਹ ਕ੍ਰਿਸ਼ਨ ਵਰਗੇ ਹੈ, ਤਾਂ ਵੀ ਕੋਈ ਬਹੁਤੀ ਵੱਡੀ ਉਪਮਾ ਜੀ ਰਾਮ ਵਰਗੇ ਕਹਿ ਦਈਏ, ਫਿਰ ਵੀ ਉਹਦਾ ਤੋਂ ਵੀ ਉੱਪਰ ਸੋਹਣੇ ਸੁਨੱਖਿਆ, ਤਨਕ ਧਾਰੀ ਹੈ, ਵੀ ਰਸੀ ਠਾਠ ਵਾਕ ਹੈ, ਤੇ ਜਵਾਨ ਵਾਸਤਾ ਹੀ ਹੈ, ਜਵਾਨੀ ਆ ਹੀ ਰਹੀ ਹੈ। ਜਦੋਂ ਗੁਰੂ ਘਰ ਦੀ ਚੰਦੂ ਨੇ ਕੋਲ ਵਡਿਆਈ ਕਰਤੀ ਹੈ, ਦੋਹਾਂ ਨੇ ਤੇ ਤਾਂ ਸਣ ਬਚ ਗਿਆ। ਕਹਿਣ ਲੱਗਿਆ, ਇੱਕ ਫਕੀਰਾਂ ਦੀ ਗੱਦੀ ਜਿਹੜੇ ਮੰਗ ਕੇ ਖਾਂਦੇ ਨੇ, ਨਾ ਉਹਨਾਂ ਕੋਈ ਜ਼ਮੀਨ ਜਾਇਦਾਦ, ਨਾ ਕੋਈ ਪਦਵੀ ਅਹਿਲਕਾਰ, ਨਾ ਕੋਈ ਵਜ਼ੀਰ, ਐਵੇਂ ਤੂੰ ਐਵੇਂ ਉਸ ਦੀ ਦੇ ਪੁਲ ਬੰਨੀ ਜਾਂਦਾ ਹੈ। ਉਹ ਤਾਂ ਹਰ ਪੱਖ ਤੋਂ ਨੀਵੇਂ ਹੈ, ਘਟੀਆ। ਮੈਂ ਇੱਧਰ ਵੇਖੋ ਜਹਾਂਗੀਰ ਦਾ ਇਸ ਵੇਲੇ ਬਹੁਤ ਵੱਡਾ ਦੀਵਾਨ ਹਾਂ, ਮੇਰੇ ਕੋਲ ਬੜੇ ਮਾਇਆ ਦੀ ਆਮਦਨ ਹੈ, ਮੇਰੀ ਉੱਚੀ ਸਭ ਤੋਂ ਪਦਵੀ ਹੈ। ਜਹਾਂਗੀਰ ਦੇ ਕੋਲ ਮੈਂ ਬਹਿੰਦਾ ਤਖਤ ਦੇ, ਬਾਕੀ ਸਭ ਨੀਵੇਂ ਬਹਿੰਦੇ ਹੈ। ਉਹਨਾਂ ਦੇ ਕੋਲ ਕੀ ਹੈ, ਹਰ ਸਮੇਂ ਤਾਂ ਨੀਵਾਂ ਦਿਖਾਉਣ ਲੱਗਿਆ। ਲੋਕ 4 ਪੈਸੇ ਦੇ ਦਿੰਦੇ ਹੋਣਗੇ ਤਾਂ ਆ ਜਾਂਦੇ ਹੋਣ, ਨਹੀਂ ਤਾਂ ਬੈਠੇ ਝਾਕਦੇ ਹੋਣਗੇ। ਕਹਿੰਦਾ ਬਾਕੀ ਜਿਹੜੀ ਕੋਲ ਹੈ ਉਹ ਵੀ ਉਹਨਾਂ ਦੀ ਕਹਿੰਦੇ ਕੋਈ ਬਹੁਤ ਵਧੀਆ ਨਹੀਂ ਹੈ। ਉਹ ਸ਼੍ਰੀਣੀ ਗੋਦ ਦੇ ਹਨ, ਖੱਤਰੀ ਸ਼੍ਰੀਨ ਗੋਦ ਦੇ ਆ। ਮੈਂ ਕਹਿੰਦਾ 2.5 ਘਰੇ ਖੱਤਰੀਆਂ ਵਿੱਚੋਂ ਹੈ। ਮੇਰੀ ਲੜਕੀ ਤਾਂ ਜਿਵੇਂ ਕਹਿੰਦੇ ਜਿਵੇਂ ਚੁਬਾਰੇ ਦੀ ਇੱਟ ਹੋਵੇ, ਤੇ ਗੁਰੂ ਅਰਜਨ ਦੇਵ ਜੀ ਦਾ ਘਰ ਇਉਂ ਹੈ ਜਿਵੇਂ ਚੁਬਾਰੇ ਤੋਂ ਨੀਵਾਂ ਘਰ ਹੁੰਦਾ ਹੈ, ਹੇਠਾਂ ਮਕਾਨ ਹੁੰਦਾ ਹੈ। ਤੂੰ ਤਾਂ ਵੀ ਜਿਹੜੀ ਮੇਰੀ ਚੁਬਾਰੇ ਦੀ ਇੱਟ ਵਰਗੀ ਉੱਚੀ ਸੁੱਚੀ ਲੜਕੀ ਸੀ, ਮਹਾਨ, ਉਹਨੂੰ ਕਹਿੰਦੇ ਤੂੰ ਆ ਹੇਠਾਂ ਮਕਾਨ ਨੂੰ ਲਾਇਆ, ਥੱਲੇ ਲਾਇਆ, ਥੋੜੇ ਨੀਵੇਂ ਥਾਂ ਤੂੰ ਇਹ ਤੂੰ ਰਿਸ਼ਤਾ ਕਰਿਆ। ਚੱਲ ਬਈ, ਹੁਣ ਜੇ ਮੈਂ ਤੇਰੀ ਗੱਲ ਕਹੀ ਨਹੀਂ ਮੰਨਾਂਗਾ, ਇਹ ਜਿਹੜੀ ਮਰਜ਼ਾਲਾ ਕਾਇਮ ਕੀਤੀ ਉਹਦੇ ਵਿੱਚ ਫਰਕ ਆਉਂਦਾ, ਤੂੰ ਚੰਗਾ ਨਹੀਂ ਕੀਤਾ ਪੰਡਤਾ। ਉਹ ਕਹਿਣ ਲੱਗਿਆ, ਨਹੀਂ, ਜਦੋਂ ਚੰਦੂ ਤੂੰ ਦੇਖੇਗਾ ਤੇ ਫਿਰ ਤੈਨੂੰ ਪਤਾ ਚੱਲੂ ਵੀ ਉਹ ਕਿੰਨੇ ਮਹਾਨ ਹੈ। ਪਰ ਇਹਨੂੰ ਆਪਣਾ ਹੰਕਾਰ ਸੀ ਦੀਵਾਨੀ ਪੁਣੇ ਦਾ। ਤੇ ਇੱਧਰ ਗੁਰੂ ਕੇ ਸਿੱਖਾਂ ਨੇ ਜੋ ਕੁਛ ਬਕਿਆ ਸੀ ਉਹ ਸੁਣ ਲਿਆ, ਤੇ ਦਿੱਲੀ ਵਿੱਚੋਂ ਚਿੱਠੀ ਲਿਖਦੀ ਕਿ ਮਹਾਰਾਜ ਸਾਡੀ ਤਾਂ ਬੇਨਤੀ ਵੀ ਐਸੇ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ, ਇਹ ਹੁਣ ਬਕਵਾਸ ਕਰਦਾ ਹੈ ਤੇ ਬਾਅਦ ਵਿੱਚ ਵੀ ਮਹਾਰਾਜ ਐਸੇ ਹੀ ਬਕੇਗਾ। ਉਹ ਇਸ ਕਰਕੇ ਫਿਰ ਜਦੋਂ ਦਿਨ ਆਇਆ ਤੇ ਮਹਾਰਾਜ ਸਾਹਿਬਜ਼ਾਦੇ ਨੂੰ ਲੈ ਕੇ ਸੰਗਤ ਵਿੱਚ ਬੈਠ ਗਏ ਸੀ। ਸਾਰੀ ਤਿਆਰੀ ਹੋ ਗਈ, ਇਹ ਬ੍ਰਾਹਮਣ ਵੀ ਆ ਗਿਆ ਨਾਲ ਗੇਰ ਤੇ ਹੋਰ ਛੁਹਾਰੇ ਛੂਰੇ ਲੈ ਕੇ, ਬਿਲਕੁਲ ਤਿਆਰੀ ਸੀ। ਇਹਨੇ ਨੂੰ ਦਿੱਲੀ ਤੋਂ ਭੇਜੀ ਹੋਈ ਜਿਹੜੀ ਪੱਤਰਕਾ ਉਹ ਗੁਰੂ ਅਰਜਨ ਦੇਵ ਜੀ ਦੇ ਅੱਗੇ ਰੱਖ ਦਿੱਤੀ, ਨਾਲ ਬੇਨਤੀ ਕੀਤੀ ਕਿ ਮਹਾਰਾਜ ਪਹਿਲਾਂ ਇਹਨੂੰ ਪੜ੍ਹ ਕੇ ਫੇਰ ਕੋਈ ਅਗਲੀ ਕਾਰਵਾਈ ਕਰਨੀ। ਜਦੋਂ ਮਹਾਰਾਜ ਨੇ ਪਾਸੇ ਜੇ ਕੇ ਪੱਤਰਕਾ ਪੜ੍ਹੀ, ਉਹਦੇ ਵਿੱਚ ਲਿਖਿਆ ਹੋਇਆ ਸੀ, ਮਹਾਰਾਜ ਚੰਦੂ ਹੰਕਾਰੀ ਹੈ, ਗੁਰੂ ਘਰ ਨੂੰ ਇੱਕ ਨੀਵਾਂ ਦਿਖਾਉਂਦਾ ਹੈ ਤੇ ਆਪ ਚੁਬਾਰੇ ਨੂੰ ਉੱਚਾ ਬਣਦਾ, ਉੱਚੀ ਕੁਲ ਵਾਲਾ ਸਮਝਦਾ ਹੈ। ਇਸ ਹੰਕਾਰੀ ਦਾ, ਗੁਰੂ ਘਰ ਨੂੰ ਨੀਵਾਂ ਦਿਖਾਉਣ ਵਾਲੇ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਮਹਾਰਾਜ ਆਪ ਨੂੰ ਕੋਈ ਘਾਟ ਨਹੀਂ ਹੈ। ਉਹ ਫਿਰ ਸਿੱਖਾਂ ਦੀ ਬੇਨਤੀ ਨੂੰ ਪੱਤਰਕਾਰ ਨੂੰ ਸਾਹਮਣੇ ਰੱਖ ਕੇ ਮਹਾਰਾਜ ਨੇ ਆ ਕੇ ਕਹਿ ਦਿੱਤਾ ਵੀ, ਕਹਿੰਦੇ ਵੀ ਉਹਦਾ ਵੀ ਚੁਬਾਰੇ ਵਰਗਾ ਮਹਾਨ ਹੈ, ਉਹ ਹੁਣ ਚੁਬਾਰੇ ਨਾ ਮੱਥਾ ਮਾਰੇ, ਇਹ ਤਾਂ ਗੁਰੂ ਘਰ ਨੀਵਾਂ ਹੈ, ਇੱਥੇ ਕੋਈ ਨੀਵਾਂ ਨੂਵਾਂ ਮਿਲ ਜਾਊਗਾ। ਅਸੀਂ ਵੀ ਗੁਰੂ ਘਰ ਗਰੀਬ ਹੈ, ਗੁਰੂ ਬਾਕੀ ਜਿਹੜਾ ਗਰੀਬ ਹੈ ਇੱਥੇ ਆਪੇ ਜੇ ਸਮਾਨ ਨਾਲ ਸਮਾਨ ਮਿਲ ਜਾਏ ਠੀਕ ਹੁੰਦਾ ਹੈ। ਉਹ ਉੱਚਾ, ਅਸੀਂ ਨੀਵੇਂ ਹਾਂ, ਸਾਡੀ ਗੱਲ ਨਹੀਂ ਬਣਨੀ।
हमें पंडित ने बथेरा किया कि महाराज जो हो जाएगे तो फिर भी उच्चे रहना है, जो उन्हों की लड़की तुहाडे घर आ गई तुसी फिर महान है। पर महाराज कहते नहीं, वो हुण चवारा बनता है, चवारा बनया रहे। जो रिश्ता मोड़ दिता इधर नारायण दास जी डल्ला निवासी उठ खड़ोते, इन्होंने बेनती कर दी कि महाराज मेरे घर दे विच लड़की वो ब्याहण योग है, पर योग है, तो मैं चाहना आप जी के सुपुत्र की दासी बने। सारा खुश हो गए, कहते भी तू बई धन है, भाई पारो जी की अंश पिछों जमे है। गुरु अमरदास साहब जी ने तो पहले ही बार रूप वचन किए भी तुहाडी ते साडी गुरु घर नाल संसारी संबंध भी रहूगा, इस करके वो सफल वचन हो रहे हैं। उठते हुणे ही साहबजादे ने मत्थे ते तिलक ला ते मुंह विछुआरा पा ते रस्म कर। नारायण दास जी उठ खड़ोते, उसे वेले बस झटपट गुरु हरगोबिंद साहब जी के मुखार विच वो छुआरा पा दिता, मत्थे ते तिलक ला दिता ते खुशियां मच गई। इसे तरह अगे फिर एक हरिचंद श्री अमृतसर वासी बैठा होया सी। पहला ही बाबे बकाले रहिंदा हुंदा सी, फिर जो अमृतसर वसाए इत्थे चलिया गया सी। ये भी उठ खड़ोता मन विच ख्याल करके समय भी महाराज दे नाल ही अपनी सपुत्री का रिश्ता नानकी का कर देवा मैं। ये भी हाथ खड़ो खड़को कहना महाराज जिहड़ा गुरु नानक साहब का घर है पातशाह का पातशाह है। जिवें पातशाह के घरां दे विच राणियां महाराणियां पटराणियां बहुत हुंदियां, इस तरह महाराज जो आप जी का सुपुत्र है वही दासी मैं अपनी पुत्री नानकी बनाया चाहना। महाराज कहते ठीक है तो भी कर ला। वो दो रिश्ते हो गए, एक छड्डण करके दूरियां बुझाइयां बज पईयां हन। इधर जिहड़े चंदू दे भेजे सी ब्राह्मण ते नाई, वो नरासे जे निमो चूने को के दिल्ली चले गए। जाके सारी गल दी, कहते जरा तू आ बकवास किया ना वो राय फल है, जवान रस ने चोया सारा। तू चबारा बनया, गुरु घर नूं नीवां दिखाया। किसी सिख ने सुन लिया, इत्थों चिट्ठी लिख के भेजी। महाराज ने पढ़दियां सारी मुंह मोड़ लिया, नहीं तो सारी गल बन गई सी, तैयारी सी। एक मिनट ना चिट्ठी वाला पहुंचता तो असीं सगन पा देना सी। तेरी भगाई ने तेरी जवान ने सारा बिगाड़िया। फिर तो ज्यादा हंकार हो गया, बाधा अकड़ गया। कहो मेरा किवें रिश्ता एडे बड़े दाना ने मोड़ता है, ये तो रिश्ता हुण उत्थे होएगा, नहीं तो मेरी ये विच बदनामी हुंदी वे फलाने का रिश्ता लड़की का मुड़ गया, उन्होंने लिया नहीं है। जाओ उत्थे ही दे के आओ। इधर महाराज कोल आए, महाराज कहते नहीं हुण नहीं गल बननी, उन्होंने कहो जिहड़ा वड्डा ना चबारे वर्गा उहदे नाल संबंध जोड़े। ये करके भी औखा सी। जदों जहांगीर ने कह दिता भी इन्हां नूं मना ला, तू कह सुन ला, आए फिर अपनियां कढ़न लग पिया भी रस्ता मनो जी। तत्तियां तवियां ते बिठाया, महाराज नूं तत्ता रेता सी छाया, तत्ता देगे विच गर्म पानी विच बिठाया। रेतों तकर भी पहुंच गया भी गऊ दे चंब विच बढ़ा के तो रख के इन्हां नूं खत्म कर दिता जाए। गुरु अर्जन देव महाराज ने जान लिया भी हुण इह भाना इत्थे असीं वरताउणा ही है। वचन किया भी असीं रावी ते जाके इशनान करिया चाहुंदे हां। नाला पंज सिंह भाई विधि चंद भाई जेठा पुराना भुखा जी भेज दे। ये बड़ा खुश हो गया भी हुण मन जाणगे, क्योंकि बड़ी तकलीफ मिली इन्हां नूं। इशनान करके सुरत आ जाएगी, इस तरह ही गल बन जाएगी। उधर गुरु महाराज जी मोढियां दा सहारा लेके इस तरह रावी नदी के उपर चले गए। उत्थे इशनान आदि कर लिया है। फिर जपजी साहब पढ़ के भाई विधि चंद ते भाई पुराना भाई जेठा आदिकां नूं कहण लगे भी साडा तो हुण समा आ गया है। इस करके गुरु हरगोबिंद साहब जी ने साडे वल्लों तुसीं कह देना भी हुण तुसीं तख्त ते बैठना है।
ਤੇ ਫੌਜ ਆਪਣੇ ਨਾਲ ਸੂਰਬੀਰਾਂ ਬਹਾਦਰਾਂ ਦੀ ਰੱਖਣੀ ਹੈ। ਆ ਜਿਹੜਾ ਦੁਸ਼ਟ ਹੈ ਇਹਨਾਂ ਨੂੰ ਸਾਰਿਆਂ ਨੂੰ ਸੋਧਾ ਲਾਉਣਾ ਚੰਗੀ ਤਰ੍ਹਾਂ। ਜਿਹੜਾ ਸ਼ਾਂਤ ਰਾਸੀ, ਸ਼ਾਂਤੀ ਦੀ ਕੋਈ ਹੱਦ ਨਹੀਂ ਰਹੀ। ਹੁਣ ਵੀਰ ਅਸੀਂ ਧਾਰਨ ਤੁਸੀਂ ਕਰ ਲੈਣੀ ਹੈ, ਤਲਵਾਰਾਂ ਫੜ ਲੈਣੀਆਂ, ਇਹਨਾਂ ਨੂੰ ਚੰਗੀ ਤਰ੍ਹਾਂ ਕਰਨਾ ਸੂਤ। ਇਸੇ ਤਰ੍ਹਾਂ ਬਾਣੀ ਰਚਣੀ ਨਹੀਂ ਹੈ, ਬਾਣੀ ਦਾ ਪ੍ਰਚਾਰ ਕਰਨਾ ਵੱਧ ਤੋਂ ਵੱਧ। ਇਸ ਤਰ੍ਹਾਂ ਦੇ ਬਚਨ ਕਹਿ ਕੇ ਆਪ ਜੀ ਨੇ ਇੱਥੇ ਗੁਰਤਾ ਗੱਦੀ ਦੇ ਜਿਹੜੀ ਰਸਮ ਹੈ ਉਹ ਕਰ ਦਿੱਤੀ। ਉਦੋਂ ਬਾਅਦ ਫਿਰ ਆਪ ਜੀ ਨੇ ਕਿਹਾ ਵੀ ਸਰੀਰ ਨੂੰ ਹੁਣ ਅੱਗ ਦਾ ਸੇਕ ਤਾਂ ਬਹੁਤ ਲੱਗ ਚੁੱਕਿਆ ਹੈ, ਕਿਉਂਕਿ ਤੱਤਾ ਰੇਤਾ ਸੀਸ ਵਿੱਚ ਪੁਆਇਆ ਹੈ, ਤੱਤੀ ਤਵੀ ਤੇ ਬਿਠਾਇਆ ਹੈ, ਤੱਤੇ ਪਾਣੀ ਵਿੱਚ ਬਿਠਾਇਆ। ਇਹਨੂੰ ਸੇਕ ਸਰੀਰ ਨੂੰ ਹੁਣ ਬਹੁਤ ਲੱਗ ਚੁੱਕਿਆ, ਹੁਣ ਹੋਰ ਲੋੜ ਨਹੀਂ ਹੈ। ਇਸ ਕਰਕੇ ਹੁਣ ਸਾਡੇ ਸਰੀਰ ਦਾ ਤੁਸੀਂ ਜਲ ਪ੍ਰਵਾਹੀ ਕਰ ਦੇਣਾ ਇੱਥੇ। ਇਸ ਤਰ੍ਹਾਂ ਮਹਾਰਾਜ ਬਚਨ ਕਹਿ ਕੇ ਫਿਰ ਸ਼ਹਾਦਤ ਪ੍ਰਾਪਤ ਕਰ ਗਏ। ਪੰਜੇ ਗੁਰਸਿੱਖਾਂ ਨੇ ਉੱਥੇ ਕੋਈ ਲਾਹੌਰ ਤੋਂ ਇੱਕ ਕੀਰਤਨੀਆ ਆ ਗਿਆ, ਮਰਦਾਨੇ ਕਾ ਆ ਗਿਆ, ਉਹਨੇ ਕੀਰਤਨ ਕਰ ਦਿੱਤਾ ਤੇ ਆਪ ਜੀ ਨੂੰ ਜਲ ਪ੍ਰਵਾਹ ਕਰ ਦਿੱਤਾ ਸੀ। ਇੱਧਰ ਫਿਰ ਚੰਦੂ ਦੇ ਭੇਜੇ ਹੋਏ ਜਿਹੜੇ ਕੋਈ ਸਿਪਾਹੀ ਸ਼ਕੂਈ ਜੇ ਆ ਉਹ ਆਏ। ਇਹਨੇ ਕਿਹਾ ਸੀ ਪਤਾ ਲਓ ਵਾਪਸ ਨਹੀਂ ਆਏ, ਕੀ ਗੱਲ ਹੈ। ਜਦੋਂ ਆਏ ਹੈ ਤੇ ਇੱਧਰ ਗੁਰਸਿੱਖ ਬੈਰਾਗ ਵਿੱਚ ਅਥਰੂ ਕਰ ਰਹੇ ਸਨ। ਪੁੱਛਿਆ ਵੀ ਕਿੱਧਰ ਗਏ? ਕਹਿੰਦੇ ਉਹ ਤਾਂ ਭਾਣਾ ਬਰਕਾ ਗਏ, ਦੁਸ਼ਟ ਦੇ ਸਿਰ ਤੇ ਕਲੰਕ ਲਾ ਗਏ ਹੈ, ਜਾ ਕੇ ਉਹਨੂੰ ਦੱਸ ਦਿਓ ਹੋ ਗਿਆ। ਬਾਕੀ ਵਿਧੀ ਚੰਦਾਦਕਾਂ ਨੇ ਵੀ ਗੱਜ ਵੱਜ ਕੇ ਕਹਿ ਦਿੱਤਾ ਵੀ ਉਹਨੂੰ ਕਹਦੇ ਹੁਣ ਦੁਸ਼ਟ ਨੂੰ ਤਕੜਾ ਹੋਵੇ, ਗਿਣ ਗਿਣ ਬਦਲੇ ਲਵਾਂਗੇ ਅਸੀਂ। ਜਿੱਥੇ ਮਰਜੀ ਭੱਜ ਗਏ, ਘਮੌਤੇ ਮਾਰਾਂਗੇ, ਕੁੱਤੇ ਦੀ ਮੌਤ ਮਾਰਾਂਗੇ ਉਹ ਦੁਸ਼ਟ ਨੂੰ। ਇਹ ਤਾਂ ਮਹਾਰਾਜ ਦੇ ਅਸੀਂ ਰੋਕੇ ਹੋਏ ਰੁਕਦੇ ਸੀ, ਨਹੀਂ ਤਾਂ ਹੁਣੇ ਇਹਨੂੰ ਸੂਤ ਕਰ ਦਿੰਦੇ। ਫਿਰ ਉਹ ਭੱਜ ਗਏ ਸਿਪਾਹੀ, ਜਾ ਕੇ ਚੰਦੂ ਨੂੰ ਦੱਸਤਾ ਵੀ ਉਹ ਭਾਣਾ ਵਰਤਾ ਗਏ। ਬਹੁਤ ਨਿੰਮੋ ਝੂਣਾ ਜਿਹਾ ਹੋਇਆ, ਬਹੁਤ ਪਛਤਾਉਣ ਲੱਗਿਆ ਵੀ ਇਹ ਕੀ ਹੋ ਗਿਆ ਹੈ। ਤੇ ਜਹਾਂਗੀਰ ਨੂੰ ਨਾ ਪਤਾ ਚੱਲ ਜਾਏ, ਕਿਤੇ ਉਹਦੇ ਕੋਲ ਨਾ ਗੱਲ ਚਲੇ, ਕੋਈ ਉੱਥੇ ਨਾ ਕੋਈ ਗੱਲ ਐਸੀ ਹੋ ਜਾਏ ਤੇ ਮੈਥੋਂ ਨਾ ਬਦਲਾ ਲੈਣ। ਫਿਰ ਸਾਰੇ ਅਹਿਲਕਾਰਾਂ ਨੂੰ ਵੱਡੀਆਂ ਵੱਡੀਆਂ ਦੇ ਕੇ ਵੀ ਕਿਸੇ ਨੇ ਵੀ ਗੁਰੂ ਅਰਜਨ ਦੇਵ ਜੀ ਦਾ ਤੁਸੀਂ ਨਾਂ ਨਹੀਂ ਲੈਣਾ ਹੈ। ਤੇ ਜੇ ਕੋਈ ਐਸੀ ਗੱਲਬਾਤ ਚੱਲ ਵੀ ਪਵੇ ਤੇ ਤੁਸੀਂ ਉਹ ਕਹਿਣਾ ਜੀ ਉਹ ਗੁਰਸਿੱਖਾਂ ਦੇ ਘਰਾਂ ਵਿੱਚ ਪ੍ਰਸ਼ਾਦੇ ਛਕਦੇ ਸੀ, ਉੱਥੇ ਕੋਈ ਅੰਨ ਪਾਣੀ ਕੱਚਾ ਰਹਿ ਗਿਆ, ਰਾਤ ਨੂੰ ਉਹਨਾਂ ਨੇ ਸੂਲ ਉੱਠ ਖੜੋਤਿਆ, ਪੀੜ ਹੋਈ, ਉਹਦੇ ਨਾਲ ਉੱਥੇ ਸਰੀਰ ਛੱਡ ਗਏ। ਮੇਰੀ ਗੱਲ ਨਹੀਂ ਤੁਸੀਂ ਕਿਸੇ ਨੇ ਦੱਸਣੀ ਵੀ ਉਹ ਆਏ ਕਰਕੇ ਹੈ। ਉਹ ਇਹੋ ਜਿਹੇ ਲੋਕਾਂ ਨਾਲ ਇਹੋ ਜਿਹੇ ਰਲੀ ਜਾਂਦੇ ਆ, ਖਾਣ ਪੀਣ ਵਾਲੇ, ਵੱਡੀਆਂ ਬੁੱਢੀਆਂ ਵਾਲੇ, ਉਹ ਜਿਹੇ ਕੁਝ ਕਹਿ ਲੈਂਦੇ ਆ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਸ਼ਹੀਦਾਂ ਦੇ ਸਰਤਾਜ ਸੱਚਖੰਡ ਨੂੰ ਚਲੇ ਗਏ ਸਨ। ਇਹ ਕਵੀ ਸੰਤੋਖ ਸਿੰਘ ਜੀ ਨੇ ਜੋਏ, ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਿੰਘਾਂ ਦੇ ਬੇਨਤੀ ਕਰਨ ਤੋਂ ਸੰਖੇਪ ਰੂਪ ਦੇ ਵਿੱਚ ਪ੍ਰਸੰਗ ਸੁਣਾਇਆ ਸੀ ਸਤਿਗੁਰਾਂ ਦਾ, ਉਹਦਾ ਲੱਥਾ ਕੀਤਾ। ਆਪਾਂ ਉਸੇ ਰੂਪ ਵਿੱਚ ਹੀ ਸੁਣਿਆ। ਅੱਗੇ ਛੇਵੇਂ ਪਾਤਸ਼ਾਹ ਜਿਵੇਂ ਗੁਰਤਾ ਗੱਦੀ ਦੇ ਤਖਤ ਉੱਪਰ ਬੈਠੇ, ਫਿਰ ਜਿੰਨਾ ਚਿਰ ਗੁਰਤਾ ਗੱਦੀ ਉਹਨਾਂ ਨੇ ਕੀਤੀ ਉਹ ਸਮਾਂ ਦੱਸਣਗੇ। ਫਿਰ ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਜੀ ਗੁਰਤਾ ਗੱਦੀ ਦੇ ਤਖਤ ਉੱਪਰ ਸਵਾਏਮਾਨ ਹੋਏ। ਉਹ ਸੰਖੇਪਤ ਨਾਲ ਸਾਰਾ ਪ੍ਰਸੰਗ ਕਹਿਣਗੇ। ਉਹ ਪਰ ਮੁੜ ਕੇ ਕੱਲ ਨੂੰ ਪਰ ਸੁਣ ਲਵਾਂਗੇ। ਹੁਣ ਸਵਾ ਉੱਪਰ ਹੀ ਜਾ ਰਿਹਾ ਹੈ, ਇਸ ਕਰਕੇ ਇੱਥੇ ਸਮਾਪਤੀ ਕਰੀਏ। ਕੱਲ ਤੋਂ ਆਪਾਂ ਥੋੜਾ ਜਿਹਾ ਸਾਜਰੇ ਇਹ ਕਥਾ ਸ਼ੁਰੂ ਕਰਿਆ ਕਰਾਂਗੇ, ਕਿਉਂਕਿ ਕਾਫੀ ਵੱਡਾ ਦਿਨ ਆ ਜਾਂਦਾ, ਧੁੱਪ ਜੀ ਚੜ ਜਾਂਦੀ ਹੈ। 6:15 ਵਜੇ ਆਪਾਂ ਇਹ ਇਤਿਹਾਸ ਸ਼ੁਰੂ ਕਰ ਲਿਆ ਕਰਾਂਗੇ, 7:15 ਵਜੇ ਤੱਕ। ਇਸ ਕਰਕੇ ਸਾਰੀਆਂ ਸੰਗਤਾਂ ਨੇ ਇਸ਼ਨਾਨ ਆਦਿਕ ਦੀ ਕਿਰਿਆ ਥੋੜੀ ਜਿਹੀ ਪਹਿਲਾਂ ਕਰਕੇ, ਸਾਰਾ ਕੋਈ ਖਾਣਾ ਪੀਣਾ ਪਹਿਲਾਂ ਕਰਕੇ ਆ ਜਾਣ ਦੀ ਖੇਚਲ ਕਰਨੀ ਜੀ। 6:15 ਵਜੇ ਆਪਾਂ ਹੁਣ ਇਹ ਕੱਲ ਤੋਂ ਕਥਾ ਸ਼ੁਰੂ ਕਰਿਆ ਕਰਾਂਗੇ। ਇਹ ਬੇਨਤੀ ਪ੍ਰਵਾਨ ਕਰ ਲੈਣੀ ਜੀ। ਖੋੜਸ 7 63 ਅਧਿਕ ਜੇਹਠ ਮਾਸ ਮਹਾਨ
ਸੁਦੀ ਚੌਥ ਦਿਨ ਮਹਿ ਗੁਰੂ ਕੀਨ ਬੈਕੁੰਠ ਪਿਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।